ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁਨ ਪੁਨ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਚਿਰਿਅਨ ਸੇਵ ਸਿਚਾਨ ਤੇ ਕਰਵਾਈ ਕਰ ਦੀਨ। ਅਜਨ ਚਰਨ ਪਰ ਕੇਰੀ ਪਾਏ ਸਵਾਰਨ ਕੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਤਿਲਕ ਤੇ ਜੰਝੂ ਦੇ ਰਾਖੇ ਜਗਤ ਗੁਰੂ ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਂਪੀ ਚਾਦਰ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ। ਬਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹਾਂ ਨਾ ਛੋਡੀਐ। ਐਸੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਜਗਤ ਗੁਰੂ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਆਪ ਜੀ ਬਹੁਤ ਹੀ ਅਦਬ ਸਤਕਾਰ ਸਹਿਤ ਸਰਵਣ ਕਰ ਰਹੇ। ਸਤਿਗੁਰੂ ਜੀ ਕੈਸੇ ਨਗਰ ਵਿੱਚ ਆਏ ਹਨ, ਜਿਸ ਨਗਰ ਵਿੱਚ ਹਰ 6 ਮਹੀਨਿਆਂ ਬਾਅਦ ਅੱਗ ਲੱਗ ਜਾਂਦੀ ਤੇ ਸਾਰਾ ਨਗਰ ਸੜ ਜਾਂਦਾ ਹੈ। ਜਦੋਂ ਅੱਗ ਲੱਗਣੀ ਹੁੰਦੀ ਉਹਦੇ ਤੋਂ ਕੁਝ ਸਮਾਂ ਪਹਿਲਾਂ ਨਗਰ ਨਿਵਾਸੀ ਨਗਰ ਛੱਡ ਕੇ ਚਲੇ ਜਾਂਦੇ। ਇਸੇ ਤਰ੍ਹਾਂ ਇਹ ਤਿਆਰੀ ਕਰੀ ਬੈਠੇ ਸਨ। ਆ ਕੇ ਲੈ ਜਾਂਦੇ। ਸਤਿਗੁਰਾਂ ਆਖਿਆ ਅੱਜ ਤੋਂ ਬਾਅਦ ਨਹੀਂ ਲੱਗੇਗੀ ਅੱਗ ਤੁਹਾਡੇ ਨਗਰ ਵਿੱਚ, ਬਾਣੀ ਪੜ੍ਹੋ, ਭਜਨ ਕਰੋ। ਕਹਿੰਦੇ ਜੀ ਹੁਣ ਤਾਂ ਨਹੀਂ ਅਸੀਂ ਮੰਨ ਸਕਦੇ। ਮਹਾਰਾਜ ਜੀ ਕਹਿੰਦੇ ਚਲੇ ਜਾਓ, ਤੇ ਜੇ ਅੱਗ ਨਾ ਲੱਗੇ ਤੇ ਫਿਰ ਆ ਕੇ ਸਾਡੀ ਸ਼ਰਨ 'ਚ ਗੁਰੂ ਕੀ ਸਿੱਖੀ ਗ੍ਰਹਿਣ ਕਰ ਲਿਓ। ਇੱਕ ਦਾਨਵ ਸੀ ਬੜਾ ਭਿਆਨਕ, ਜਿਹੜਾ ਨਗਰ ਵਿੱਚ ਅੱਗ ਲਾਉਂਦਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਭਿਆਨਕ ਦਾਨਵ ਨੂੰ ਮੁਕਤ ਕੀਤਾ ਹੈ। ਐਸੀਆਂ ਬਹੁਤ ਸਾਰੀਆਂ ਪ੍ਰੇਤ ਰੂਹਾਂ ਜਿਹੜੀਆਂ ਸੰਸਾਰ ਵਿੱਚ ਸੂਖਮ ਰੂਪ 'ਚ ਵਰਤਦੀਆਂ ਨੇ, ਉਹਨਾਂ ਦਾ ਐਸਾ ਕਰਮ ਹੁੰਦਾ ਹੈ। ਘਰਾਂ ਵਿੱਚ ਅੱਗ ਲਾ ਦਿੰਦੇ ਹਨ। ਇਸ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਦਾਨਵ ਨੂੰ ਮੁਕਤੀ ਪ੍ਰਦਾਨ ਕੀਤੀ, ਨਗਰ ਨਿਵਾਸੀਆਂ ਨੂੰ ਸੁਖੀ ਵਸਾਇਆ। ਸਭ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਪਹੁਲ ਲੈ ਕੇ ਸਿੱਖੀ ਧਾਰਨ ਕੀਤੀ। ਸਤਿਗੁਰਾਂ ਨੇ ਧਰਮਸ਼ਾਲਾ ਨਗਰ ਦੇ ਵਿੱਚ ਸਥਾਪਿਤ ਕੀਤੀ ਹੈ, ਸਤ ਸੰਗਤ ਦੀ ਰੀਤ ਚਲਾਈ ਹੈ। ਆਓ ਮਨ ਬਿਰਤੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿਰਿਅਨ ਸੇਵ ਸਿਚਾਨ ਤੇ ਕਰਵਾਈ ਕਰ ਦੀਨ। ਸਤਿਗੁਰੂ ਗੁਰੂ ਨਾਨਕ ਸਾਹਿਬ ਐਸੇ ਸਮਰੱਥ ਦੇਵ ਹਨ ਕਿ ਜਿਨ੍ਹਾਂ ਨੇ ਚਿੜੀਆਂ ਦੀ ਸੇਵਾ ਬਾਜਾਂ ਕੋਲੋਂ ਕਰਵਾ ਦਿੱਤੀ ਹੈ। ਜਿਹੜੇ ਬਾਜ ਨੇ ਉਹ ਬਲੀ ਨੇ, ਤੇ ਜਿਹੜੀਆਂ ਚਿੜੀਆਂ ਨੇ ਉਸ ਬਾਜ ਦਾ ਖਾਜਾ ਨੇ। ਪਰ ਸਤਿਗੁਰੂ ਜੀ ਨੇ ਬਾਜਾਂ ਦੇ ਅੰਦਰ ਇਹੋ ਜਿਹਾ ਭੈ ਤੇ ਡਰ ਪੈਦਾ ਕਰ ਦਿੱਤਾ ਕਿ ਉਹਨਾਂ ਨੂੰ ਚਿੜੀਆਂ ਦੀ ਸੇਵਾ ਵਿੱਚ ਲਾ ਦਿੱਤਾ। ਐਸੇ ਸਮਰੱਥ ਹਨ। ਅਜਨ ਚਰਨ ਪਰ ਕੇਰੀ ਪਾਏ ਸਵਾਰਨ ਕੀਨ। ਅਜਨ ਕਹਿੰਦੇ ਨੇ ਬੱਕਰੀਆਂ ਨੂੰ। ਬੱਕਰੀਆਂ ਨੂੰ ਚਾਰਨ ਵਾਸਤੇ ਸ਼ੇਰ ਨੂੰ ਲਾ ਦਿੱਤਾ ਤੇ ਸ਼ੇਰਾਂ ਦੇ ਮਨਾਂ ਵਿੱਚ ਭੈ ਪੈਦਾ ਕਰ ਦਿੱਤਾ। ਜਿਹੜੇ ਬੱਕਰੀਆਂ ਦੇ ਮਨਿੰਦ ਗਰੀਬ ਦੀਨ ਲੋਕ ਸਨ, ਉਹਨਾਂ ਦੀ ਸੇਵਾ ਵਿੱਚ ਜਿਹੜੇ ਬੜੇ ਬੜੇ ਬਲੀ ਆਪਣੇ ਆਪ ਨੂੰ ਬਲਵਾਨ ਸ਼ੇਰ ਕਹਾਉਣ ਵਾਲੇ ਸਨ, ਉਹਨਾਂ ਨੂੰ ਉਹਨਾਂ ਦੀ ਸੇਵਾ 'ਚ ਲਾ ਦਿੱਤਾ। ਐਸੇ ਸਮਰੱਥ ਗੁਰਦੇਵ ਹਨ। ਜੋ ਪਈ ਕੀਤਕ ਦਿਵਸ ਬਸੀ ਤੇ ਥਾਨਾ। ਕੁਝ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸੇ ਨਗਰ ਦੇ ਵਿੱਚ ਵਸੇ ਨੇ ਰਹੇ ਹਨ। ਸਿੱਖੀ ਮਾਰਗ ਕੋ ਪ੍ਰਗਟਾਨਾ। ਸਿੱਖੀ ਦਾ ਜਿਹੜਾ ਰਸਤਾ ਹੈ, ਉਹ ਰਾਹ, ਸਿੱਖੀ ਦਾ ਪੰਥ, ਸਿੱਖੀ ਦਾ ਮਾਰਗ, ਉਹ ਸਤਿਗੁਰੂ ਜੀ ਨੇ ਇਸ ਨਗਰ ਦੇ ਵਿੱਚ ਪ੍ਰਗਟ ਕੀਤਾ ਹੈ। ਸਤਨਾਮ ਕੋ ਜਾਪ ਜਪਾਇਓ। ਆਇਆ ਹੋਇਆਂ ਨੂੰ ਮਹਾਰਾਜ ਜੀ ਸੱਚੇ ਨਾਮ ਦਾ ਜਾਪ ਜਪਾਉਂਦੇ ਨੇ। ਜਿਹੜਾ ਸ਼ਰਨ ਚ ਆਉਂਦਾ ਹੈ ਉਹਨੂੰ ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ, ਨਾਮ ਜਪਾਉਂਦੇ ਹਨ।
ਦੇਸ਼ ਕੁਮਗ ਤੇ ਸੁਮਗੈ ਪਾਇਓ। ਜਿਹੜੇ ਖੋਟੇ ਰਾਹਾਂ ਤੇ ਚੱਲਣ ਵਾਲੇ ਲੋਕ ਸਨ ਇਸ ਦੇਸ਼ ਦੇ, ਉਹ ਸ੍ਰੇਸ਼ਟ ਰਾਹ ਤੇ ਚੱਲ ਪਏ, ਕਿਉਂਕਿ ਸਤਿਗੁਰੂ ਜੀ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਭੁੱਲਿਆ ਹੋਇਆਂ ਨੂੰ ਮਾਰਗ ਪਾਉਣ ਵਾਲੇ ਨੇ ਸਤਿਗੁਰੂ ਗਰੀਬ ਨਵਾਜ। ਜਿਹੜੇ ਭੁੱਲੇ ਹੋਏ ਭਟਕੇ ਹੋਏ ਲੋਕ ਸਨ, ਉਹਨਾਂ ਨੂੰ ਮਾਰਗ ਤੇ ਪਾ ਦਿੱਤਾ। ਅੰਤ ਚਲਨ ਕੀ ਮਨਸ਼ਾ ਧਾਰੀ। ਜਦੋਂ ਇਸ ਦੇਸ਼ ਦਾ ਪਾਰ ਉਤਾਰਾ ਹੋ ਗਿਆ, ਸਤਿਗੁਰਾਂ ਨੇ ਹੁਣ ਇਸ ਦੇਸ਼ ਤੋਂ ਹੋਰ ਪਾਸੇ ਚੱਲਣ ਦੀ ਤਿਆਰੀ ਕੀਤੀ। ਸ਼੍ਰੀ ਨਾਨਕ ਜੀ ਪਰ ਉਪਕਾਰੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਹਾਨ ਪਰਉਪਕਾਰੀ ਸਤਿਗੁਰੂ ਹਨ। ਪਰਉਪਕਾਰ ਕਰਨ ਵਾਸਤੇ ਹੀ ਇਹ ਸੰਸਾਰ ਦੇ ਵਿੱਚ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਵਿਦਾ ਹੋਏ ਤਿਨ ਤੇ ਪ੍ਰਸਥਾਨੇ। ਕਿਉਂਕਿ ਗੁਰੂ ਖਾਲਸਾ ਜੀ ਇਹ ਸੰਸਾਰ ਵਿੱਚ ਸਭ ਤੋਂ ਸ੍ਰੇਸ਼ਟ ਧਰਮ ਹੀ ਪਰਉਪਕਾਰ ਹੈ। ਪਰਉਪਕਾਰ ਪਰਹਿਤ ਸੋਚਣਾ, ਇਹਦੇ ਵਿੱਚ ਹੀ ਸਭ ਤੋਂ ਵੱਡਾ ਭਾਰੀ ਧਰਮ ਹੈ, ਸ੍ਰੇਸ਼ਟ ਹੈ, ਸ੍ਰੇਸ਼ਟ ਧਰਮ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਪਰਉਪਕਾਰ ਕਰਦਿਆਂ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਜਾ ਰਹੇ ਹਨ। ਪਹੁੰਚੇ ਸਿੰਧ ਤੀਰ ਇੱਕ ਥਾਨੇ। ਗਰੀਬ ਨਵਾਜ ਪਾਤਸ਼ਾਹ ਜੀ ਵਿਦਾ ਹੋ ਕੇ ਇਸ ਨਗਰ ਤੋਂ ਚਲਦਿਆਂ ਚਲਦਿਆਂ ਸਮੁੰਦਰ ਦੇ ਕੰਢੇ ਦੇ ਉੱਤੇ ਇੱਕ ਨਗਰ ਹੈ, ਸਮੁੰਦਰ ਦੇ ਕਿਨਾਰੇ ਤੇ ਇੱਕ ਨਗਰ ਵਸਿਆ ਹੋਇਆ, ਉੱਥੇ ਆਏ ਹਨ। ਤੈਂ ਇੱਕ ਗ੍ਰਾਮ ਦੇਖ ਜਗ ਸਾਈ। ਸਮੁੰਦਰ ਦੇ ਕੰਢੇ ਨਗਰ ਵਸਦਾ ਹੈ, ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖਿਆ। ਤਰੁ ਕੇ ਤਰ ਬੈਠੇ ਸੁਠ ਥਾਈ। ਉਸੇ ਨਗਰ ਦੇ ਬਾਹਰ ਸਤਿਗੁਰੂ ਜੀ ਇੱਕ ਸੋਹਣੀ ਜਗ੍ਹਾ ਸੀ, ਕਿਨਾਰਾ ਸੀ ਸਮੁੰਦਰ ਦਾ, ਔਰ ਇੱਕ ਦਰਖਤ ਦੇ ਥੱਲੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਬੈਠੇ ਹਨ। ਛਠੇ ਮਹੀਨੇ ਸਿੰਧ ਤਰੰਗਾ। ਖਾਲਸਾ ਜੀ ਇਸ ਨਗਰ ਦੇ ਲੋਕ ਵੀ ਬੜੇ ਦੁਖੀ ਸਨ। ਪਰੇਸ਼ਾਨੀ ਕੀ ਸੀ ਕਿ ਸਮੁੰਦਰ ਦੇ ਪਾਣੀ ਦੇ ਵਿੱਚੋਂ 6 ਮਹੀਨਿਆਂ ਬਾਅਦ ਛੱਲ ਆਉਂਦੀ ਸੀ। 6 ਮਹੀਨਿਆਂ ਬਾਅਦ ਸਮੁੰਦਰ ਦਾ ਪਾਣੀ ਚੜ੍ਹਦਾ ਸੀ, ਉਹਦੇ ਚ ਅਚਾਨਕ ਛੱਲ ਆਉਂਦੀ ਸੀ। ਦੀਤ ਰੋੜਾਏ ਗ੍ਰਾਮ ਜਲ ਸੰਗਾ। ਉਹ ਇਸ ਸਾਰੇ ਪਿੰਡ ਨੂੰ ਪਾਣੀ ਨਾਲ ਰੋੜ ਦਿੰਦਾ ਸੀ। ਜਦੋਂ ਉਹਦੇ ਚ ਛੱਲ ਆਉਣੀ ਸਮੁੰਦਰ ਵਿੱਚੋਂ 6 ਮਹੀਨਿਆਂ ਬਾਅਦ, ਇਸ ਪਿੰਡ 'ਚ ਪਾਣੀ ਫਿਰ ਜਾਣਾ ਸਾਰੇ ਵਿੱਚ। ਬਹੁਤ ਸਾਰੇ ਘਰ ਜਿਹੜੇ ਸਨ ਉਹ ਪਿੰਡ ਦੇ ਰੁੜ ਜਾਂਦੇ ਸਨ। ਦੋਏ ਦਿਵਸ ਤਵ ਤਹਾਂ ਬਿਤਾਏ। ਸਤਿਗੁਰੂ ਜੀ ਇੱਥੇ ਆ ਕੇ ਬੈਠੇ ਨੇ, ਨਗਰ ਨਿਵਾਸੀ ਦੁਖੀ ਨੇ। ਉਹਨਾਂ ਨੂੰ 6 ਮਹੀਨਿਆਂ ਬਾਅਦ ਇਹ ਨਗਰ ਛੱਡ ਕੇ ਜਾਣਾ ਪੈਂਦਾ ਸੀ। ਕੁਝ ਦਿਨਾਂ ਲਈ ਫਿਰ ਆਉਂਦੇ ਸੀ, ਫਿਰ ਆ ਕੇ ਆਪਣੀਆਂ ਝੌਂਪੜੀਆਂ ਬੰਨਣੀਆਂ, ਫਿਰ 6 ਮਹੀਨੇ ਕੱਟਣੇ, ਫਿਰ ਜਾਣਾ। ਏਦਾਂ ਦੁਖੀ ਸੀ ਲੋਕ। ਸਤਿਗੁਰੂ ਜੀ ਐਸੇ ਦੀਨ ਤੇ ਦੁਖੀਆਂ ਦੇ ਦੁੱਖ ਨਿਵਾਰਨੇ ਵਾਲੇ ਹਨ। ਪਾਤਸ਼ਾਹ ਨੇ ਆ ਕੇ ਇੱਥੇ ਆਸਣ ਲਾ ਲਿਆ। 2 ਬੀਤ ਗਏ। ਨਰ ਤਬ ਚਲੇ ਅਪਰਈ ਥਾਈ। 2 ਦਿਨ ਜਦੋਂ ਬੀਤ ਗਏ ਤੇ ਕੀ ਵੇਖਿਆ ਸਤਿਗੁਰਾਂ ਨੇ ਕਿ ਨਗਰ ਨਿਵਾਸੀਆਂ ਨੇ ਗੱਡਿਆਂ ਤੇ ਸਮਾਨ ਲੱਦ ਲਿਆ ਆਪਣੇ ਘਰਾਂ ਦਾ। ਘਰਾਂ ਵਿੱਚ ਜੋ ਜੋ ਰਾਜ ਸਾਜ ਸੀ, ਰਾਸ਼ਨ ਸੀ, ਜੋ ਜੋ ਵਸਤੂਆਂ ਸਨ, ਉਹ ਇਹਨਾਂ ਨੇ ਗੱਡਿਆਂ ਦੇ ਉੱਤੇ ਲੱਦ ਲਈਆਂ ਨੇ ਔਰ ਨਗਰ ਨੂੰ ਖਾਲੀ ਕਰਕੇ ਜਾਣ ਲੱਗੇ ਹਨ। ਆਪਣੀ ਸਰਬ ਸੰਭਾਰ ਸੰਭਾਰੀ। ਜਿੰਨੀਆਂ ਇਹਨਾਂ ਦੇ ਘਰਾਂ ਦੀਆਂ ਵਸਤੂਆਂ ਸਨ, ਮਾਲ ਡੰਗਰ ਪਸ਼ੂ ਸੀ, ਉਹ ਸਾਰੇ ਇਹਨਾਂ ਨੇ ਸੰਭਾਲ ਕੇ ਨਾਲ ਲੈ ਲਏ। ਗੁਰੂ ਬਿਲੋਕਤ ਗਿਰਾ ਉਚਾਰੀ। ਇਹ ਸਤਿਗੁਰਾਂ ਦੇ ਕੋਲੋਂ ਲੰਘਣ ਲੱਗੇ। ਇਹਨਾਂ ਨੂੰ ਜਾਂਦਿਆਂ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸੱਜਣ ਨੂੰ ਆਵਾਜ਼ ਮਾਰੀ। ਆਵਾਜ਼ ਮਾਰ ਕੇ ਸਤਿਗੁਰੂ ਜੀ ਬੋਲੇ, ਪੁੱਛਦਿਆਂ ਕਹਿਣ ਲੱਗੇ, ਦੋਹਰਾ ਕਹਾਂ ਤਿਆਰੀ ਤੁਮ ਕਰੀ, ਕਿਉਂ ਤਿਆਗੋ ਨਿਜ ਗਾਉ। ਮਹਾਰਾਜ ਜੀ ਕਹਿਣ ਲੱਗੇ, ਭਾਈ ਤੁਸੀਂ ਕਿੱਧਰ ਦੀ ਤਿਆਰੀ ਕਰ ਲਈ? ਤੁਸੀਂ ਅਚਨ ਅਕਸ਼ਮਾਤਰ ਹੀ ਨਗਰ ਛੱਡ ਕੇ ਜਾਣ ਦੀ ਤਿਆਰੀ ਕਰ ਲਈ। ਐਸਾ ਕੀ ਹੋ ਗਿਆ ਕਿ ਸਾਰਾ ਨਗਰ ਹੀ ਜਾਣ ਲੱਗ ਪਿਆ? ਸਾਰੇ ਨਗਰ ਨਿਵਾਸੀ ਜਾ ਰਹੇ ਹੋ। ਸੁਨ ਨਰ ਬੋਲੇ ਤੁਮ ਚਲੋ, ਰਹੋ ਨਾ ਅਬ ਏ ਥਾਉ। ਉਹ ਜਿਹੜੇ ਨਗਰ ਨਿਵਾਸੀ ਸੀ ਸੁਣ ਕੇ ਸਤਿਗੁਰਾਂ ਦੇ ਬਚਨ ਬੋਲੇ, ਕਹਿਣ ਲੱਗੇ, ਸੰਤ ਜੀ ਤੁਸੀਂ ਵੀ ਚਲੇ ਚੱਲੋ ਇੱਥੋਂ।
ਤੁਹਾਡਾ ਵੀ ਇੱਥੇ ਰਹਿਣਾ ਉਚਿਤ ਨਹੀਂ, ਯੋਗ ਨਹੀਂ। ਅਸੀਂ ਕਿਉਂ ਜਾ ਰਹੇ ਹਾਂ ਉਹ ਤੁਹਾਨੂੰ ਦੱਸਦੇ ਹਾਂ, ਤੁਸੀਂ ਵੀ ਇੱਥੋਂ ਟੁਰ ਚੱਲੋ। ਚੌਪਈ ਅਬ ਆਵੇਗੀ ਸਾਗਰ ਝਾਲੇ। ਉਹਦਾ ਕਾਰਨ ਹੈ ਕਿਉਂਕਿ ਹੁਣ ਸਮੁੰਦਰ 'ਚ ਛਲ ਆਉਣੀ ਹੈ। ਅੱਜ ਦੇ ਦਿਨ 6 ਮਹੀਨਿਆਂ ਬਾਅਦ ਸਮੁੰਦਰ ਉਛਲਦਾ ਹੈ ਤੇ ਇਹਦੀ ਛਲ ਬੜੀ ਉੱਚੀ ਹੋ ਕੇ ਸਾਡੇ ਨਗਰ ਵਿੱਚ ਆਉਂਦੀ ਹੈ। ਦੇਹ ਰੁੜਾਏ ਸਦਨ ਜਲ ਨਾਲੇ। ਤੇ ਸਮੁੰਦਰ ਆਪਣੇ ਪਾਣੀ ਦੇ ਵੇਗ ਨਾਲ ਸਾਡਾ ਸਾਰਾ ਨਗਰ ਰੋੜ ਕੇ ਲੈ ਜਾਂਦਾ ਹੈ। ਅਸੀਂ ਬੜੇ ਪਰੇਸ਼ਾਨ ਹਾਂ, ਇਸ ਕਰਕੇ ਨਗਰ ਛੱਡ ਕੇ ਚਲੇ ਜਾਂਦੇ ਹਾਂ। ਤੁਸੀਂ ਇੱਥੇ ਬੈਠੇ ਹੋ, ਤੁਹਾਡੇ ਲਈ ਵੀ ਯੋਗ ਨਹੀਂ, ਪਾਣੀ ਬਹੁਤ ਤੇਜ਼ੀ ਨਾਲ ਆਉਂਦਾ ਹੈ। ਇਸ ਕਰਕੇ ਸੰਤ ਜੀ ਤੁਸੀਂ ਵੀ ਇੱਥੋਂ ਇਸ ਜਗ੍ਹਾ ਨੂੰ ਛੱਡ ਕੇ ਚਲੇ ਜਾਓ। ਆਏ ਬਹੋਰ ਉਸਾਰੇ ਧਾਮੋ। ਮਹਾਰਾਜ ਜੀ ਜਦੋਂ ਸਮੁੰਦਰ ਸਾਡੇ ਘਰ ਰੋੜ ਕੇ ਲੈ ਜਾਂਦਾ ਹੈ, ਕੁਝ ਦਿਨਾਂ ਬਾਅਦ ਅਸੀਂ ਵਾਪਸ ਆਉਂਦੇ ਹਾਂ, ਆ ਕੇ ਫਿਰ ਆਪਣੇ ਨਗਰ ਵਸਾਉਂਦੇ ਹਾਂ, ਘਰਾਂ ਦੀ ਉਸਾਰੀ ਕਰਦੇ ਹਾਂ। ਏਠਾਂ ਰਹਿ ਨਹੀਂ ਅਬ ਕਾਮੋ। ਤੇ ਮਹਾਰਾਜ ਜੀ ਇਹ 6 ਮਹੀਨਿਆਂ ਬਾਅਦ ਸਾਨੂੰ ਕਰਨਾ ਪੈਂਦਾ। ਇਸ ਜਗ੍ਹਾ ਤੇ ਹੁਣ ਰਹਿਣ ਦਾ ਕੋਈ ਕੰਮ ਨਹੀਂ ਹੈ। ਸੁਣ ਕੇ ਬੋਲੇ ਬਚਨ ਕਿਰਪਾਲਾ। ਜਦੋਂ ਨਗਰ ਨਿਵਾਸੀਆਂ ਨੇ ਇਸ ਤਰ੍ਹਾਂ ਦੱਸਿਆ ਨਾ, ਆਪਣੀ ਸਮੱਸਿਆ ਦੱਸੀ, ਦੁੱਖ ਦੱਸਿਆ, ਪਰਮ ਕਿਰਪਾਲੂ ਸਤਿਗੁਰੂ ਜੀ ਨੇ ਇਹਨਾਂ ਦਾ ਦੁੱਖ ਸੁਣਿਆ ਤੇ ਬੋਲੇ, ਸਿੱਖੀ ਮਾਨੋ ਹਿਰਦੇ ਵਿਸਾਲਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਸਿੱਖੀ ਧਾਰਨ ਕਰੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰੋ, ਤੇ ਜੇ ਤੁਸੀਂ ਗੁਰਸਿੱਖੀ ਨੂੰ ਧਾਰਨ ਕਰੋਗੇ, ਸੁਨੋ ਉਪਦੇਸ਼ ਪਨੋ ਸਤਨਾਮੋ। ਔਰ ਸਾਡਾ ਉਪਦੇਸ਼ ਸੁਣ ਕੇ ਪਰਮੇਸ਼ਰ ਦਾ ਸੱਚਾ ਨਾਮ ਭਜੋਗੇ, ਜਦੋਂ ਆਪਣੀ ਰਸਨਾ ਨਾਲ ਵਾਹਿਗੁਰੂ 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 ਦਾ ਜਾਪ ਜਪੋਗੇ, ਬਹੁਰ ਨ ਗਿਰਹਿ ਤੁਮਰੇ ਤਾਮੋ। ਇਹ ਪਾਣੀ ਮੁੜ ਕੇ ਤੁਹਾਡੇ ਨਗਰ 'ਚ ਚੜ ਕੇ ਨਹੀਂ ਆਵੇਗਾ, ਤੁਹਾਡੇ ਘਰ ਮੁੜ ਕੇ ਨਹੀਂ ਡਿੱਗਣਗੇ ਜੇ ਤੁਸੀਂ ਗੁਰਸਿੱਖੀ ਧਾਰੋਗੇ। ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਹਿਰਸ ਦੀ ਸਿੱਖੀ ਕਹਿੰਦੇ ਆ। 5 ਤਰ੍ਹਾਂ ਦੀ ਸਿੱਖੀ ਹੁੰਦੀ ਹੈ ਗੁਰੂ ਖਾਲਸਾ ਜੀ। ਇੱਕ ਵੇਖਾ ਵੇਖੀ ਦੀ ਹੁੰਦੀ, ਇੱਕ ਹਿਰਸ ਦੀ ਸਿੱਖੀ, ਕਿਸੇ ਦੀ ਕਾਮਨਾ ਦੀ ਪੂਰਤੀ ਵਾਸਤੇ ਬੇਨਤੀ ਕਰਨੀ, ਮਹਾਰਾਜ ਮੇਰੀ ਇੱਛਾ ਪੂਰੀ ਕਰ ਦਿਓ, ਮੈਂ ਤੁਹਾਡੀ ਸਿੱਖੀ ਧਾਰਨ ਕਰਾਂਗਾ। ਇਹਨੂੰ ਹਿਰਸ ਦੀ ਸਿੱਖੀ ਕਹਿੰਦੇ ਆ। ਮਹਾਰਾਜ ਜੀ ਨੇ ਇਹਨਾਂ ਨੂੰ ਹਿਰਸ ਲਾ ਦਿੱਤੀ, ਪ੍ਰੇਰਨਾ ਸੀ ਗੁਰਸਿੱਖੀ ਦੇ ਵਿੱਚ ਲੈ ਕੇ ਆਉਣਾ ਸੀ। ਪਾਤਸ਼ਾਹ ਕਹਿੰਦੇ ਜੇ ਸਿੱਖੀ ਧਾਰਨ ਕਰੋਗੇ, ਤੁਹਾਡੇ ਨਗਰ ਨਹੀਂ ਢਹਿਣਗੇ, ਤੁਹਾਡੇ ਘਰ ਨਹੀਂ ਢਹਿਣਗੇ, ਇਸੇ ਤਰ੍ਹਾਂ ਹੀ ਬਣੇ ਬਣਾਏ ਰਹਿਣਗੇ। ਜੋ ਤੁਮ ਕੋ ਨੇ ਅਸਪਤਿਆਰਾ। ਤੇ ਜੇ ਤੁਹਾਨੂੰ ਸਾਡੀ ਕਈ ਗੱਲ ਤੇ ਯਕੀਨ ਨਹੀਂ ਹੈ, ਜੇ ਤੁਹਾਨੂੰ ਭਰੋਸਾ ਨਹੀਂ ਆਉਂਦਾ ਸਾਡੇ ਬਚਨ ਤੇ, ਅਬ ਕੇ ਜਾਵੋ ਛੋੜਿਆ ਗਾਰਾ। ਇਸ ਵਾਰ ਤੁਸੀਂ ਚਲੇ ਜਾਓ, ਕਿਉਂਕਿ ਤੁਸੀਂ ਹੁਣ ਤਾਂ ਤਿਆਰੀ ਕੀਤੀ, ਸਮਾਨ ਇਕੱਠਾ ਕੀਤਾ ਹੋਇਆ। ਮਹਾਰਾਜ ਕਹਿੰਦੇ ਜੇ ਸਾਡੇ ਬਚਨ ਤੇ ਭਰੋਸਾ ਨਹੀਂ ਤੇ ਹੁਣ ਇਸ ਵਾਰੀ ਤੁਸੀਂ ਚਲੇ ਜਾਓ ਜਿੱਧਰ ਜਾਣਾ ਹੈ। ਹਮ ਬੈਠੇ ਐ ਇਸੀ ਥਾਈ। ਪਰ ਅਸੀਂ ਨਹੀਂ ਜਾਣਾ, ਅਸੀਂ ਇੱਥੇ ਹੀ ਬੈਠੇ ਰਹਾਂਗੇ, ਅਸੀਂ ਇਸੇ ਜਗ੍ਹਾ ਤੇ ਬੈਠੇ ਹਾਂ। ਲਿਓ ਸਦਨ ਨਿਜ ਬਨੇ ਬਣਾਏ। ਜਦੋਂ ਤੁਸੀਂ ਵਾਪਸ ਆਓਗੇ, ਤੁਹਾਡੇ ਘਰ ਇਸੇ ਤਰ੍ਹਾਂ ਬਣੇ ਬਣਾਏ ਰਹਿਣਗੇ, ਇੱਥੇ ਪਾਣੀ ਨਹੀਂ ਆਵੇਗਾ, ਇਹ ਸਾਡਾ ਬਚਨ ਹੈ। ਪਰ ਸ਼ਰਤ ਹੈ, ਮਹਾਰਾਜ ਜੀ ਕਹਿੰਦੇ ਗੁਰਸਿੱਖੀ ਧਾਰਨ ਕਰੋਗੇ, ਨਾਮ ਜਪੋਗੇ ਤਾਂ ਹੋਵੇਗਾ। ਇਹ ਬਚਨ ਕਰੋ ਕਿ ਜੇ ਨਗਰ ਬਣਿਆ ਰਿਹਾ ਤੇ ਅਸੀਂ ਆ ਕੇ ਸਿੱਖੀ ਧਾਰਾਂਗੇ, ਅਸੀਂ ਅਕਾਲ ਪੁਰਖ ਜੀ ਦਾ ਭਜਨ ਕਰਾਂਗੇ, ਉਹਦੀ ਬੰਦਗੀ ਕਰਾਂਗੇ। ਤੋ ਮਹਾਰਾਜ ਜੀ ਨੇ ਆਖਿਆ ਅਸੀਂ ਇੱਥੇ ਹੀ ਬੈਠੇ ਹਾਂ, ਤੁਸੀਂ ਤਾਂ ਹੁਣ ਤਿਆਰਾ ਕੀਤਾ ਜਾਓ। ਜਦੋਂ ਵਾਪਸ ਆਓਗੇ, ਇਹ ਤੁਹਾਡਾ ਨਗਰ, ਤੁਹਾਡੇ ਘਰ ਇਸੇ ਤਰ੍ਹਾਂ ਬਣੇ ਬਣਾਏ ਰਹਿਣਗੇ। ਬੋਰ ਆਏ ਲੀਜੇ ਉਪਦੇਸ਼ੂ। ਫੇਰ ਆ ਕੇ ਤੁਸੀਂ ਸਾਡਾ ਉਪਦੇਸ਼ ਲੈ ਲਿਓ, ਗੁਰਸਿੱਖੀ ਧਾਰਨ ਕਰ ਲਿਓ। ਅਸ ਕੈ ਬੈਸ ਰਹੇ ਜਗਤੇਸ਼ੂ। ਇਹ ਕਹਿਣ ਲੱਗੇ ਜੀ 7 ਬਚਨ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ। ਇਹਨਾਂ ਨੂੰ ਇਹ ਬਚਨ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਜਗਤ ਦੇ ਈਸ਼ਵਰ ਸਤਿਗੁਰੂ ਜੀ ਉਸੇ ਤਰ੍ਹਾਂ ਹੀ ਉਸੇ ਜਗ੍ਹਾ ਤੇ ਅਡੋਲ ਬੈਠੇ ਰਹੇ। ਅਪਰ ਥਾਨ ਸੋ ਮਾਨਵ ਗਵਨੇ। ਇਹ ਨਗਰ ਨਿਵਾਸੀ ਜਗ੍ਹਾ ਛੱਡ ਕੇ, ਜਿੱਥੇ ਅੱਗੇ ਜਾਂਦੇ ਹੁੰਦੇ ਸੀ ਨਗਰ ਛੱਡ ਕੇ, ਉਸੇ ਜਗ੍ਹਾ ਤੇ ਆਪਣਾ ਨਗਰ ਛੱਡ ਕੇ ਚਲੇ ਗਏ। ਸਿੰਧ ਨਟਾਏ ਸਕਿਓ ਤਿਨ ਪਵਨੇ। ਹੁਣ ਸਤਿਗੁਰੂ ਜੀ ਉੱਥੇ ਹੀ ਬੈਠੇ ਰਹੇ। ਜਦੋਂ ਪਾਣੀ ਦੀ ਛੱਲ ਦੇ ਆਉਣ ਦਾ ਵੇਲਾ ਹੁੰਦਾ ਹੈ,
ਉਹ ਵੇਲਾ ਆਇਆ, ਪਾਤਸ਼ਾਹ ਨੇ ਸਮੁੰਦਰ ਵੱਲ ਵੇਖਿਆ ਹੈ। ਹੁਣ ਸਮੁੰਦਰ ਦੀ ਕੀ ਮਜਾਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਤੋਂ ਬਿਨਾਂ ਸਾਹ ਵੀ ਲੈ ਸਕੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਬੈਠੇ ਰਹੇ, ਸਮੁੰਦਰ ਦੀ ਛਲ ਨਹੀਂ ਆਈ। ਸਮੁੰਦਰ ਉਸੇ ਤਰ੍ਹਾਂ ਸ਼ਾਂਤ ਰਿਹਾ। ਮੇਰੇ ਸਾਹਿਬ ਤਾਂ ਜੇ ਵਗਦੀਆਂ ਨਦੀਆਂ ਨੂੰ ਕਹਿ ਦਿੰਦੇ ਐ ਜਮਨਾ, ਅਸੀਂ ਤੇ ਸਾਡੇ ਕਵੀ ਇੱਥੇ ਬਹਿ ਕੇ ਬਾਣੀ ਰਚਦੇ ਐ, ਤੇਰੀ ਆਵਾਜ਼ ਆਉਂਦੀ ਹੈ ਤੇ ਉਹਨਾਂ ਦਾ ਧਿਆਨ ਵਿਚਲਿਤ ਹੁੰਦਾ ਹੈ। ਸਾਡੇ ਇਸ ਸਥਾਨ ਤੋਂ ਜਿੱਥੇ ਅਸੀਂ ਬੈਠੇ ਹਾਂ ਕਵੀ ਦਰਬਾਰ ਵਿੱਚ, ਇੱਥੋਂ ਸ਼ਾਂਤ ਹੋ ਕੇ ਗੁਜ਼ਰਿਆ ਕਰ। 300 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਉਹ ਜਮਨਾ ਅੱਜ ਵੀ ਪੌਂਟਾ ਸਾਹਿਬ ਦੇ ਪਾਵਨ ਦਰਬਾਰ ਦੇ ਕੋਲੋਂ ਸ਼ਾਂਤ ਹੋ ਕੇ ਵਗਦੀ ਹੈ, ਕਲਗੀਧਰ ਦੇ ਹੁਕਮ ਦੀ ਪਾਲਣਾ ਕਰਦੀ ਹੈ। ਸਤਿ ਸ੍ਰੀ ਅਕਾਲ। ਭੈ ਵਿੱਚ ਚੱਲਹਿ ਲਖ ਦਰਿਆਓ, ਮੇਰੇ ਸਤਿਗੁਰਾਂ ਦੇ ਭੈ ਵਿੱਚ ਹੀ ਇਹ ਸਾਰਾ ਵਰਤਾਰਾ ਹੈ। ਕਹਿੰਦੇ ਸਮੁੰਦਰ 'ਚ ਛਲ ਨਹੀਂ ਆਈ, ਸਮੁੰਦਰ ਸ਼ਾਂਤ ਹੈ। ਮਹਾਰਾਜ ਜੀ ਦੇ ਹੁਕਮ ਦੀ ਪੰਡ 'ਚ ਬੱਧਾ ਹੋਇਆ, ਸਾਗਰ ਪੰਡਾ ਪਾਇਆ। ਆਪਣੇ ਹੁਕਮ ਦੀ ਪੰਡ ਦੇ ਵਿੱਚ ਮਹਾਰਾਜ ਜੀ ਨੇ ਇਸ ਸਮੁੰਦਰ ਨੂੰ ਬੰਨਿਆ ਹੋਇਆ। ਇਹਦੀ ਕੀ ਤਾਕਤ ਹੈ ਕਿ ਸਤਿਗੁਰਾਂ ਦੇ ਹੁਕਮ ਦੀ ਉਲੰਘਣਾ ਕਰ ਸਕੇ। ਇਹ ਸਮੁੰਦਰ ਦੀ ਛਲ ਨਹੀਂ ਆਈ, ਉਸੇ ਤਰ੍ਹਾਂ ਸ਼ਾਂਤ ਹੋ ਕੇ ਰਿਹਾ। ਸਮਾਂ ਬਿਤਾਏ ਬਹੁਰ ਨਰ ਆਏ। ਖਾਲਸਾ ਜੀ, ਸਮਾਂ ਬੀਤ ਗਿਆ। ਜਦੋਂ ਨਗਰ ਨਿਵਾਸੀ ਜਿਹੜੇ ਗਏ ਹੋਏ ਸੀ ਨਗਰ ਛੱਡ ਕੇ, ਉਹਨਾਂ ਵੇਖਿਆ ਵੀ ਹੁਣ ਚੱਲੀਏ ਵਾਪਸ। ਕਈਆਂ ਦੇ ਮਨਾਂ 'ਚ ਸੀ ਕਿ ਸ਼ਾਇਦ ਇਸ ਵਾਰ ਬਣੇ ਹੀ ਹੋਣ ਜਿਹੜੇ ਉਹ ਮਹਾਂਪੁਰਸ਼ ਕਹਿੰਦੇ ਸੀ ਬਚਨ। ਕਈ ਕਹਿੰਦੇ ਆ ਕਿੱਥੇ ਬਚਿਆ ਹੋਣਾ, ਸਮੁੰਦਰ ਕਿਤੇ ਛੱਡਦਾ ਕੁਝ। ਏਦਾਂ ਦੁਚਿੱਤੀ ਜੀ ਵਿੱਚ ਉਹ ਨਗਰ ਨਿਵਾਸੀ ਵਾਪਸ ਆਏ। ਸਦਨ ਬਿਲੋ ਕੇ ਬਨੇ ਬਣਾਏ। ਜਦੋਂ ਵਾਪਸ ਆਏ, ਆ ਕੇ ਆਪਣਾ ਨਗਰ ਵੇਖਿਆ ਤੇ ਹੈਰਾਨ ਹੋ ਗਏ ਵੀ ਘਰ ਉਹਦੇ ਉਸੇ ਤਰ੍ਹਾਂ ਬਣੇ ਬਣਾਏ ਖੜੇ ਨੇ। ਪਾਣੀ ਦੀ ਬੂੰਦ ਤੱਕ ਵੀ ਨਗਰ ਦੇ ਨੇੜੇ ਨਹੀਂ ਆਈ। ਸਮੁੰਦਰ ਆਪਣੀ ਜਗ੍ਹਾ ਤੇ ਵਗ ਰਿਹਾ, ਸਗੋਂ ਪਿੱਛੇ ਹੋ ਗਿਆ। ਉੱਥੋਂ ਜਿੱਥੇ ਨਗਰ ਹੈ ਉੱਥੋਂ ਦੂਰ ਹੋ ਕੇ ਵਗ ਰਿਹਾ। ਵੇਖ ਕੇ ਨਗਰ ਨਿਵਾਸੀ ਇੱਕ ਵਾਰੀ ਅਸਚਰਜ ਹੋਏ, ਹੈਰਾਨ ਹੋਏ। ਕਲਾਵਾਨ ਜਾਣੇ ਮਨ ਮਾਈ। ਕਲਾਵਾਨ ਕਰਕੇ ਗੁਰੂ ਸਾਹਿਬ ਨੂੰ ਇਹਨਾਂ ਨੇ ਜਾਣਿਆ। ਸਤਿਗੁਰੂ ਜੀ ਉੱਥੇ ਹੀ ਬੈਠੇ ਸੀ। ਇਹਨਾਂ ਵੇਖਿਆ ਵੀ ਅੱਜ ਵੀ ਹਜੇ ਵੀ ਉੱਥੇ ਹੀ ਬੈਠੇ ਆ। ਇਹਨਾਂ ਜਾਣਿਆ ਇਹ ਸਤਿਗੁਰੂ ਜੀ ਹਨ, ਇਹ ਕਲਾਵਾਨ ਪੁਰਖ ਹਨ। ਸਿੱਖੀ ਲੈਨ ਹਿਰਦੇ ਤਬ ਚਾਈ। ਉਸੇ ਵੇਲੇ ਨਗਰ ਨਿਵਾਸੀ ਗੁਰੂ ਚਰਨਾਂ ਚ ਆਏ। ਸਤਿਗੁਰਾਂ ਦੀ ਸਿੱਖੀ ਧਾਰਨ ਕਰਨ ਵਾਸਤੇ ਗੁਰੂ ਚਰਨਾਂ ਚ ਹਾਜ਼ਰ ਹੋਏ। ਮਿਲ ਕਰ ਸਬਨ ਉਪਾਇਨ ਲੀਨੀ। ਇਹ ਮਿਲ ਕੇ ਆਏ, ਜਥਾ ਸ਼ਕਤ ਭੇਟਾ ਲੈ ਕੇ ਆਏ। ਮਹਾਰਾਜ ਜੀ ਦੇ ਚਰਨਾਂ 'ਚ ਭੇਟਾ ਕਰਨ ਵਾਸਤੇ ਆਏ। ਗੁਰੂ ਕੋ ਬੰਧਨ ਕੀਨੀ। ਆ ਕੇ ਗੁਰਦੇਵ ਦੇ ਪਾਵਨ ਪਵਿੱਤਰ ਚਰਨਾਂ ਤੇ ਨਗਰ ਨਿਵਾਸੀਆਂ ਨੇ ਪ੍ਰਣਾਮ ਕੀਤੀ ਹੈ, ਵੰਦਨਾ ਕੀਤੀ ਹੈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਨਮਸਕਾਰ ਗੁਰਦੇਵ ਕੋ। ਸਤਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਪਾਹੁਲ ਪਗ ਕੀ ਲੀਨੀ ਤਬਈ। ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਦੀ ਪਾਹੁਲ ਲਈ ਹੈ, ਕਿਉਂਕਿ ਗੁਰਸਿੱਖੀ ਧਾਰਨ ਕਰਨ ਦੀ ਇਹੀ ਮਰਜ਼ਾਦਾ ਸੀ। ਸਤਿਗੁਰਾਂ ਦੇ ਚਰਨਾਂ ਦੀ ਪਾਹੁਲ ਲੈ ਕੇ ਸਿੱਖੀ ਧਾਰਨ ਕਰਨੀ। ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹੀ ਮਰਜ਼ਾਦਾ ਰਹੀ ਹੈ। 1699 ਦੀ ਵਿਸਾਖੀ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਖੰਡੇ ਦੀ ਪਾਹੁਲ ਦੀ ਮਰਿਆਦਾ ਪ੍ਰਾਰੰਭ ਕੀਤੀ। ਉਸ ਤੋਂ ਪਹਿਲਾਂ ਚਰਨ ਪੋਲ ਦੀ ਮਰਿਆਦਾ ਸੀ। ਇਹਨਾਂ ਸਾਰੇ ਨਗਰ ਨਿਵਾਸੀਆਂ ਨੇ ਸਤਿਗੁਰੂ ਜੀ ਦੇ ਚਰਨ ਧੋਏ ਹਨ। ਚਰਨ ਧੋ ਕੇ ਮਹਾਰਾਜ ਜੀ ਦੇ ਚਰਨਾਂ ਦੀ ਪਾਹੁਲ ਲਈ ਹੈ। ਨਿਕਟ ਸਿੰਧ ਕੈ ਗ੍ਰਾਮ ਜੇ ਸਭਈ। ਉਸ ਸਮੁੰਦਰ ਦੇ ਕੰਢੇ ਕੰਢੇ ਨੇੜੇ ਨੇੜੇ ਜਿੰਨੇ ਹੋਰ ਪਿੰਡ ਸੀ, ਗ੍ਰਾਮ ਸ਼ਹਿਰ ਸਨ। ਧਰਮਸਾਲ ਸਿੱਖੀ ਪ੍ਰਗਟਾਨੀ। ਉਹਨਾਂ ਨੇ ਵੀ ਆ ਕੇ ਗੁਰੂ ਕੀ ਸਿੱਖੀ ਧਾਰਨ ਕਰ ਲਈ। ਨਗਰ ਨਗਰ ਚ ਧਰਮਸ਼ਾਲਾ ਦੀ ਰਚਨਾ ਹੋਈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਪ੍ਰਗਟ ਹੋਈ। ਨਾਮ ਦਾਨ ਜਪ ਪੇਸ਼ ਨਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਨਾਮ ਨਾਲ
ਦਾਨ ਨਾਲ, ਇਸ਼ਨਾਨ ਨਾਲ ਇਹ ਪਰਪੱਕ ਹੋ ਗਏ ਨੇ। ਨਾਮ, ਦਾਨ, ਇਸ਼ਨਾਨ ਇਹਨਾਂ ਦੇ ਅੰਦਰ ਪਰਪੱਕ ਹੋ ਗਿਆ ਹੈ। ਸਤਿਗੁਰ ਕੇ ਸਿਮਰਨ ਮੈਂ ਲਾਗੇ, ਸਤਿਗੁਰੂ ਜੀ ਦੇ ਸਿਮਰਨ ਵਿੱਚ ਲੱਗ ਗਏ ਨੇ ਰਸਨਾ ਤੋਂ। ਵਾਹਿਗੁਰੂ 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 ਦਾ ਜਾਪ ਜਪਣ ਲੱਗੇ ਹਨ। ਭਗਤ ਪਾਓ ਮੈਂ ਮਨ ਅਨੁਰਾਗੇ, ਸਤਿਗੁਰਾਂ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਇਹਨਾਂ ਦਾ ਮਨ ਅਨੁਰਾਗਿਆ ਗਿਆ ਹੈ। ਗੁਰੂ ਸਾਹਿਬ ਜੀ ਦੀ ਪ੍ਰੇਮਾ ਭਗਤੀ ਵਿੱਚ ਇਹਨਾਂ ਦਾ ਮਨ ਭਿੱਜ ਗਿਆ ਹੈ। ਕਿਤਕ ਦਿਵਸ ਰਹਿ ਦੇ ਉਪਦੇਸ਼ਾ, ਕੁਝ ਦਿਨ ਸਤਿਗੁਰੂ ਜੀ ਇਸ ਨਗਰ ਵਿੱਚ ਰਹੇ। ਇਹਨਾਂ ਸਾਰੇ ਨਗਰ ਨਿਵਾਸੀਆਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਵਾਜਿਆ। ਵਿਦਾ ਹੋਈ ਗਮਨੇ ਜਗਤੇਸ਼ਾ, ਜਗਤ ਦੇ ਈਸ਼ਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਵਿਦਾ ਹੋ ਕੇ ਚੱਲ ਪਏ। ਹਾਰੂਪੁਰ ਇੱਕ ਟਾਪੂ ਮਾਈ, ਖਾਲਸਾ ਜੀ ਚਲਦਿਆਂ ਚਲਦਿਆਂ ਇੱਕ ਨਗਰ ਦੇ ਵਿੱਚ ਆਏ ਨੇ ਸਤਿਗੁਰੂ ਜੀ। ਇਸ ਟਾਪੂ, ਸਮੁੰਦਰ ਵਿੱਚ ਇਹ ਟਾਪੂ ਸੀ। ਇਸ ਟਾਪੂ ਦਾ ਨਾਮ ਹੈ ਹਾਰੂ ਟਾਪੂ। ਹਾਰੂਪੁਰ ਨਾਮਕ ਟਾਪੂ ਹੈ, ਇੱਥੇ ਪਹੁੰਚੇ ਹਨ। ਕਹਾਂ ਚਲਨ ਕੀ ਭੀ ਮਨ ਚਾਹੀ, ਫੁਰਨਾ ਹੋਇਆ ਮਹਾਰਾਜ ਜੀ ਦੇ ਮਨ ਚ ਕਿ ਹਾਰੂ ਟਾਪੂ ਤੇ ਚੱਲ ਕੇ ਜਾਈਏ। ਮਰਦਾਨੇ ਸੋ ਬੋਲੇ ਤਬਈ, ਹੁਣ ਸਮੁੰਦਰ ਦੇ ਵਿੱਚ ਸੀ, ਕੋਈ ਕਿਸ਼ਤੀ ਕੋਈ ਬੇੜਾ ਨਹੀਂ ਹੈ ਉੱਥੇ। ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਦੇ ਜਲ ਉੱਤੇ ਇਉਂ ਪੈਦਲ ਟੁਰੇ ਜਾਂਦੇ ਸਨ ਜਿਵੇਂ ਧਰਣੀ ਤੇ ਧਰਤੀ ਤੇ ਪੈਦਲ ਟੁਰੀਦਾ ਹੈ। ਭਾਈ ਸਾਹਿਬ ਭਾਈ ਮਰਦਾਨੇ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਵਾਹਿਗੁਰੂ ਜਪ ਆਵੋ ਸਭਈ। ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆਂ ਵਾਹਿਗੁਰੂ 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 ਜਪਦਿਆਂ ਸਾਡੇ ਪਿੱਛੇ ਪਿੱਛੇ ਟੁਰੇ ਆਓ ਜਲ ਦੇ ਉੱਤੇ। ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਓ। ਮਹਾਰਾਜ ਜੀ ਸੰਕੇਤ ਦਿੰਦੇ ਐ ਸਮੁੰਦਰ ਤੋਂ ਤਰਨ ਦਾ, ਕਿ ਜਿਵੇਂ ਭਾਈ ਮਰਦਾਨਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਇਸ ਸਮੁੰਦਰ ਤੋਂ ਤਰ ਰਿਹਾ ਹੈ, ਇਹ ਵਾਹਿਗੁਰੂ ਜਾਪ ਦੇ ਜਾਪ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਤਰੀਦਾ, ਹੋਰ ਕੋਈ ਤਰੀਕਾ ਨਹੀਂ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਵਾਹਿਗੁਰੂ 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 ਕਰਦਾ ਸਾਡੇ ਪਿੱਛੇ ਟੁਰਿਆ ਚੱਲ। ਉਪਰ ਸਾਗਰ ਕੇਰ ਕਿਰਪਾਲਾ, ਪਰਮ ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਪਾਣੀ ਦੇ ਉੱਤੇ ਟੁਰਦੇ ਜਾ ਰਹੇ ਨੇ। ਹਮ ਕੋਲੇ ਗਮਨੇ ਤਤਕਾਲਾ, ਭਾਈ ਬਾਲਾ ਜੀ ਕਹਿੰਦੇ ਮੈਨੂੰ ਤੇ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਆਪਣੇ ਨਾਲ ਲਿਆ ਹੈ। ਗੁਰੂ ਕਰੇ ਸੋਹੰ ਕੋ ਜਾਪੋ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਰੰਗ ਵਿੱਚ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸੋਹੰ 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 ਦਾ ਜਾਪ ਜਪ ਰਹੇ ਨੇ। ਮਹਾਰਾਜ ਜੀ ਦੀ ਲੀਲਾ ਸੀ, ਵਰਤਾਰਾ ਵਰਤਾਉਣਾ ਸੀ ਵੀ ਗੁਰੂ ਕੇ ਸਿੱਖ ਨੇ ਉਹ ਕਰਨਾ ਜੋ ਗੁਰੂ ਕਹੇ, ਸਿੱਖ ਨੇ ਉਹ ਨਹੀਂ ਕਰਨਾ ਜੋ ਗੁਰੂ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਖਾਨੇ 'ਚ ਬਾਣੀ ਸੀ ਸਾਡੇ ਦਿਮਾਗਾਂ 'ਚ ਕਿ ਸਿੱਖ ਨੇ ਗੁਰੂ ਦੇ ਕਹੇ ਅਨੁਸਾਰ ਚੱਲਣਾ, ਨਾ ਕਿ ਗੁਰੂ ਜੋ ਕਰਦਾ ਉਹ ਕਰਨਾ। ਅਕਸਰ ਤੁਸੀਂ ਬਹੁਤਾਂ ਕੋਲ ਗੁਰੂ ਸਾਹਿਬ ਆਹ ਕੰਮ ਕਰਦੇ ਸੀ ਜੀ, ਗੁਰਦੇਵ ਆਹ ਕਰਦੇ ਸੀ ਜੀ, ਅਸੀਂ ਤਾਂ ਕਰਦੇ ਹਾਂ। ਗੁਰੂ ਸਾਹਿਬ ਦੀਆਂ 3 ਸ਼ਾਦੀਆਂ ਸੀ ਜੀ, ਕਈਆਂ ਨੇ ਇਹ ਵੀ ਪਖੰਡ ਬਣਾਇਆ ਹੋਇਆ, ਅਸੀਂ ਤਾਂ ਕੀਤੀਆਂ ਨੇ। ਗੁਰੂ ਖਾਲਸਾ ਜੀ ਗੁਰੂ ਪਾਤਸ਼ਾਹ ਗੁਰਦੇਵ ਨੇ ਸੁਤੰਤਰ ਨੇ, ਉਹ ਕਿਸੇ ਪ੍ਰਕਾਰ ਦੇ ਸਾਡੇ ਅੰਕੁਸ਼ ਥੱਲੇ ਨਹੀਂ ਹਨ। ਗੁਰਦੇਵ ਨੇ ਜੋ ਹੁਕਮ ਫਰਮਾਇਆ ਅਸੀਂ ਉਹ ਕਰਨਾ। ਗੁਰੂ ਪਾਤਸ਼ਾਹ ਜੋ ਕਰਦੇ ਨੇ ਉਹ ਅਸੀਂ ਨਹੀਂ ਕਰ ਸਕਦੇ। ਪਾਤਸ਼ਾਹ ਜੋ ਕਰਦੇ ਨੇ ਉਹ ਅਸੀਂ ਨਹੀਂ ਕਰ ਸਕਦੇ। ਗੁਰੂ ਦੀ ਬਰਾਬਰੀ ਕਰਾਂਗੇ ਅਸੀਂ ਵੀ, ਜੋ ਗੁਰੂ ਨੇ ਕੀਤਾ ਅਸੀਂ ਕਰੀਏ। ਗੁਰੂ ਦੀ ਤੁਲਤਾ ਗੁਰੂ ਦੇ ਸਮਸਰਤਾ ਅਸੀਂ ਕਰ ਸਕਦੇ ਹਾਂ ਕਿਤੇ? ਕੀ ਸਾਡੀ ਹੋਂਦ ਹੈ, ਸਾਡੀ ਹਸਤੀ ਕੀ ਹੈ? ਮਹਾਰਾਜ ਜੀ ਨੇ ਲੀਲਾ ਵਰਤਾਉਣੀ ਸੀ। ਭਾਈ ਮਰਦਾਨੇ ਨੂੰ ਕਿਹਾ ਪਿੱਛੇ ਵਾਹਿਗੁਰੂ ਵਾਹਿਗੁਰੂ ਕਰਦਾ ਟੁਰਿਆ। ਆਪ ਸਤਿਗੁਰੂ ਜੀ ਰਸਨਾ ਤੋਂ ਸੋਹੰ ਸੋਹੰ
ਇਹ ਜਾਪ ਜਪਦੇ ਜਾ ਰਹੇ ਹਨ। ਚਲੇ ਜਾਤ ਕਿਵ ਛੁਵੇ ਨ ਆਪੋ। ਏਦਾਂ ਟੁਰੇ ਜਾਂਦੇ ਆ ਪਾਣੀ ਤੇ ਸਮੁੰਦਰ ਤੇ ਕਿ ਉਹਦਾ ਪਾਣੀ ਦਾ ਰੰਚਕ ਭਰ ਵੀ ਮਹਾਰਾਜ ਜੀ ਦੇ ਚਰਨਾਂ ਨੂੰ ਨਹੀਂ ਛੂੰਹਦਾ। ਸਾਗਰ ਬੀਚ ਪਹੁੰਚੇ ਜਬਈ। ਜਦੋਂ ਸਮੁੰਦਰ ਦੇ ਐਨ ਵਿਚਕਾਰ ਮਹਾਰਾਜ ਜੀ ਡੂੰਘੇ ਪਾਣੀ 'ਚ ਪਹੁੰਚ ਗਏ। ਜਾਪ ਵਾਹਿਗੁਰੂ ਤਜ ਕਰ ਤਬਈ। ਮਰਦਾਨੇ ਨੇ ਸੋਚਿਆ ਵੀ ਗੁਰੂ ਸਾਹਿਬ ਆਪ ਸੋਹੰਗ ਸੋਹੰਗ ਜਪ ਰਹੇ ਨੇ ਤੇ ਮੈਨੂੰ ਵਾਹਿਗੁਰੂ ਵਾਹਿਗੁਰੂ ਕਰਨ ਲਾਇਆ ਹੋਇਆ ਤੇ ਮੈਂ ਵੀ ਸੋਹੰਗ ਸੋਹੰਗ ਜਪਦਾ। ਗੁਰੂ ਸਾਹਿਬ ਦੇ ਤਦੇ ਹੀ ਐਡੀ ਵੱਡੀ ਸਮਰੱਥਾ ਦੇ ਮਾਲਕ ਨੇ, ਸੋਹੰਗ ਸੋਹੰਗ ਜਪਦੇ ਨੇ। ਇਹਦਾ ਸਤਿਗੁਰਾਂ ਦੀ ਲੀਲਾ ਸੀ। ਪਰਮੇਸ਼ਰ ਦਾ ਹੀ ਨਾਮ ਹੈ ਸੋਹੰਗ ਸੋਹੰਸਾ ਪ੍ਰਭ ਜਾਪ। ਇਹ ਵੀ ਪਰਮੇਸ਼ਰ ਦੇ ਹੀ ਨਾਮ ਹਨ ਅਕਾਲ ਪੁਰਖ ਦੇ। ਸੋਹੰਗ ਮੈਂ ਉਹ ਹਾਂ ਜਿਸ ਦੀ ਜੋਤ ਸਾਰਿਆਂ ਵਿੱਚ ਵਿਦਮਾਨ ਹੈ। ਤੋ ਉਸ ਵਕਤ ਗਰੀਬ ਨਵਾਜ ਪਾਤਸ਼ਾਹ ਦੀ ਰੀਸ ਕਰਕੇ ਭਾਈ ਮਰਦਾਨੇ ਨੇ ਵਾਹਿਗੁਰੂ ਵਾਹਿਗੁਰੂ ਕਹਿਣਾ ਛੱਡ ਕੇ ਸੋਹੰਗ ਕਰਨ ਲਗਾ ਮਰਦਾਨਾ। ਭਾਈ ਮਰਦਾਨਾ ਜੀ ਵੀ ਸੋਹੰਗ ਸੋਹੰਗ ਜਪਣ ਲੱਗ ਪਏ। ਮਹਾਰਾਜ ਜੀ ਨੇ ਲੀਲਾ ਵਰਤਾਉਣੀ ਸੀ, ਮਰਦਾਨੇ ਰਾਹੀਂ ਸਾਨੂੰ ਸਮਝਾਉਣਾ ਸੀ। ਭਾਈ ਮਰਦਾਨਾ ਤਾਂ ਮਹਾਨ ਗੁਰਸਿੱਖ ਨੇ ਗੁਰੂ ਕੇ, ਉਹਨਾਂ ਰਾਹੀਂ ਸਾਨੂੰ ਸਮਝਾਉਣਾ ਸੀ, ਸਾਡੇ ਵਰਗਿਆਂ ਨੂੰ ਅਕਲ ਦੇਣੀ ਸੀ। ਭਾਈ ਮਰਦਾਨਾ ਜੀ ਸੋਹੰਗ ਸੋਹੰਗ ਜਪਣ ਲੱਗ ਪਏ। ਸ੍ਰੀ ਗੁਰ ਸਮਤਾ ਚੈਤੇ ਆਨਾ। ਮਨ 'ਚ ਸੋਚਿਆ ਗੁਰੂ ਸਾਹਿਬ ਸੋਹੰਗ ਸੋਹੰਗ ਕਰਕੇ ਏਡੀ ਉੱਚੀ ਅਵਸਥਾ ਤੇ ਪਹੁੰਚੇ ਨੇ, ਮੈਂ ਵੀ ਪਹੁੰਚ ਜਾਵਾਂਗਾ। ਏਦਾਂ ਜਪਣ ਲੱਗ ਪਏ। ਬੂਡਨ ਲਗਾ ਸਿੰਧ ਕੇ ਮਾਈ। ਜਦੋਂ ਵਾਹਿਗੁਰੂ ਕਹਿ ਕੇ ਸੋਹੰਗ ਸੋਹੰਗ ਕਹਿਣ ਲੱਗੇ ਤੇ ਨਾਲ ਹੀ ਧੜਮ ਦੇ ਕੇ ਪਾਣੀ ਦੇ ਵਿੱਚ, ਜਿਹੜੇ ਪਾਣੀ ਦੇ ਉੱਤੇ ਟੁਰੇ ਜਾਂਦੇ ਸੀ, ਭਾਈ ਮਰਦਾਨਾ ਜੀ ਪਾਣੀ ਦੇ ਵਿੱਚ ਡੁੱਬਣ ਲੱਗੇ, ਗੋਤੇ ਖਾਣ ਲੱਗੇ। ਉਹ ਡੁਬਕੀ ਲੀਨੀ ਜਬ ਤਾਈ। ਜਦੋਂ 5-4 ਡੁਬਕੀਆਂ ਜੀਆਂ ਲਈਆਂ, ਭਾਈ ਮਰਦਾਨੇ ਨੇ ਪਿੱਛੋਂ ਆਵਾਜ਼ ਮਾਰੀ, ਦੋਹਰਾ ਗਰੀਬ ਫੇਰ ਸ੍ਰੀ ਗੁਰ ਪਿਖਾ ਭੀਗ ਗਏ ਜੈ ਚੀਰ। ਸਤਿਗੁਰੂ ਜੀ ਨੇ ਸੀਸ ਘੁਮਾ ਕੇ ਪਿੱਛੇ ਵੇਖਿਆ। ਕੀ ਵੇਖਿਆ? ਵੀ ਮਰਦਾਨਾ ਡੁੱਬਦਾ ਪਿਆ, ਡੁਬਕੀਆਂ ਜੀਆਂ ਲੈ ਰਿਹਾ ਮਰਦਾਨਾ, ਤੇ ਕੱਪੜੇ ਉਹਦੇ ਤਨ ਤੇ ਪਾਏ ਹੋਏ ਸਾਰੇ ਭਿੱਜ ਗਏ ਹਨ। ਬੂਡਤ ਤੈਂ ਕੋ ਜਾਣ ਕੈ ਬੋਲੇ ਗੁਨੀ ਗਹੀਰ। ਭਾਈ ਮਰਦਾਨੇ ਨੂੰ ਡੁੱਬਦਾ ਵੇਖ ਕੇ ਗੁਣਾ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸ੍ਰੀ ਮੁਖਵਾ। ਪਾਤਸ਼ਾਹ ਦੇ ਮੁਖਾਰ ਬਿੰਦ ਚੋਂ ਇਹ ਪਾਵਨ ਬਚਨ ਉਤਰੇ ਹਨ। ਗੁਰ ਕਹਿਆ ਸਾਕਾਰ ਕਮਾਵੋ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਗੁਰੂ ਜੋ ਕਹੇ ਉਹ ਕਾਰ ਕਮਾਈ ਦੀ ਹੈ। ਗੁਰਬਾਣੀ ਦਾ ਬਚਨ ਹੈ ਖਾਲਸਾ ਜੀ। ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਨੇ ਜੋ ਕਿਹਾ ਉਹ ਕੰਮ ਕਰਨਾ। ਗੁਰੂ ਪਾਤਸ਼ਾਹ ਨੇ ਜੋ ਹੁਕਮ ਫਰਮਾਇਆ ਸਿੱਖ ਵਾਸਤੇ, ਸਿੱਖ ਨੇ ਉਹ ਕਰਨੀ ਹੈ। ਹਾਂਜੀ, ਗੁਰ ਕੀ ਕਰਨੀ ਕਾਹੇ ਤਾਵੋ। ਮਰਦਾਨਿਆ ਗੁਰੂ ਦੀ ਜਿਹੜੀ ਕਰਨੀ ਆ ਉਹਦੇ ਤੇ ਨਹੀਂ ਚੱਲੀਦਾ, ਗੁਰੂ ਦੀ ਜੋ ਸਿੱਖਿਆ ਹੈ ਉਹਦੇ ਤੇ ਚੱਲੀਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਦੀ ਕਰਨੀ ਤੇ ਅਸੀਂ ਕਿਵੇਂ ਚੱਲ ਸਕਦੇ? ਸਾਡੇ 'ਚ ਕੀ ਤਾਣ? ਗੁਰੂ ਨੇ ਜਿਹੜੀ ਸਿੱਖਿਆ ਦਿੱਤੀ ਆ ਉਹਦੇ ਤੇ ਚੱਲਣਾ। ਗੁਰੂ ਦੀ ਜਿਹੜੀ ਕਰਨੀ ਹੈ ਉਹ ਸਾਡੇ ਕੋਲੋਂ ਨਹੀਂ ਹੋ ਸਕਦੀ। ਅਸੀਂ ਕਿੱਥੇ ਬਰਾਬਰੀ ਕਰਾਂਗੇ? ਜਿਹੜਾ ਕੋਈ ਬਰਾਬਰੀ ਕਰਨ ਦੀ ਇੱਛਾ ਰੱਖਦਾ ਨਾ, ਵੀ ਵੇਖੋ ਜੀ ਗੁਰੂ ਸਾਹਿਬ ਨੇ ਇਦਾਂ ਕਿਹਾ ਕੀਤਾ, ਆਪ ਕੀਤਾ ਜੀ ਗੁਰੂ ਪਾਤਸ਼ਾਹ ਨੇ, ਭਾਈ ਉਹ ਗੁਰੂ ਹੈ, ਉਹ ਕੁਝ ਵੀ ਕਰਨ। ਸਿੱਖ ਦਾ ਕਰਤੱਵ ਨਹੀਂ ਵੀ ਗੁਰੂ ਸਾਹਿਬ ਦੀ ਕਰਨੀ ਤੇ ਕੋਈ ਕਿੰਤੂ ਕਰੇ, ਸ਼ੰਕਾ ਕਰੇ ਜਾਂ ਬਰਾਬਰੀ ਕਰਨ ਦੀ ਇੱਛਾ ਰੱਖੇ। ਸਿੱਖ ਦਾ ਕਰਤੱਵ ਨਹੀਂ। ਗੁਰੂ ਗੁਰੂ ਹੈ, ਸਿੱਖ ਸਿੱਖ ਹੈ। ਇੱਕ ਦਿਨ ਐਸਾ ਆਉਂਦਾ ਗੁਰੂ ਦੀ ਦੱਸੀ ਸਿੱਖਿਆ ਤੇ ਸਿੱਖ ਚੱਲ ਕੇ ਆਪਣੇ ਗੁਰੂ ਦੇ ਸਰੂਪ 'ਚ ਅਭੇਦ ਹੋ ਜਾਂਦਾ ਹੈ। ਫਿਰ ਉਦੋਂ ਸਿੱਖ ਸਿੱਖ ਨਹੀਂ ਰਹਿ ਜਾਂਦਾ, ਗੁਰੂ ਦਾ ਹੀ ਰੂਪ ਹੋ ਜਾਂਦਾ ਹੈ। ਪਰ ਜਦੋਂ ਤੱਕ ਗੁਰੂ ਕੀ ਸਿੱਖਿਆ ਦੇ ਮੁਤਾਬਕ ਚੱਲਿਆ ਨਹੀਂ ਤੇ ਹਾਲੇ ਚੱਲ ਹੀ ਰਿਹਾ, ਉਦੋਂ ਤੱਕ ਸਿੱਖ ਸਿੱਖ ਹੀ ਰਹੇਗਾ ਤੇ ਗੁਰੂ ਗੁਰੂ ਹੀ ਰਹੇਗਾ।
ਇਹ ਖੇਡ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨਾਲ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਵਰਤਾ ਕੇ ਦੱਸ ਦਿੱਤੀ ਸੀ ਕਿ ਜੇ ਗੁਰੂ ਭਰਮਾਣਾ ਚਾਹੇ ਨਾ ਤੇ ਫਿਰ ਸਿੱਖ ਦੀ ਕੀ ਤਾਕਤ ਨਾ ਭਰਮੇ। ਭਾਈ ਗੁਰਦਾਸ ਨੂੰ ਵੀ ਭਰਮਾ ਲਿਆ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ। ਫਿਰ ਭਾਈ ਗੁਰਦਾਸ ਨੂੰ ਕਹਿਣਾ ਪਿਆ ਸੀ, ਜੇ ਮਾਂ ਪੁੱਤ ਨੂੰ ਜ਼ਹਿਰ ਦੇ ਕੇ ਮਾਰੇ ਤੇ ਕੌਣ ਬਚਾਵੇ, ਜੇ ਰਾਜਾ ਪ੍ਰਜਾ ਨੂੰ ਮਾਰਨ ਲੱਗ ਪਵੇ ਤੇ ਕੌਣ ਬਚਾਵੇ, ਜੇ ਗੁਰੂ ਆਪ ਸਿੱਖ ਨੂੰ ਭਰਮਾਵੇ ਤੇ ਫਿਰ ਸਿੱਖ ਦੀ ਕੀ ਤਾਕਤ ਨਾ ਭਰਮੇ। ਮਹਾਰਾਜ ਕਿਰਪਾ ਕਰੋ। ਸਿੱਖ ਨੇ ਤਾਂ ਅਰਦਾਸਾਂ ਹੀ ਕਰਨੀਆਂ, ਮਹਾਰਾਜ ਕਿਰਪਾ ਕਰਿਓ, ਦਇਆ ਕਰਿਓ, ਸਾਨੂੰ ਭਰਮਾਇਓ ਨਾ, ਆਪਣੇ ਚਰਨਾਂ ਦਾ ਭਰੋਸਾ ਬਖਸ਼ਿਓ ਮਹਾਰਾਜ। ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਗੁਰੂ ਦੀ ਕਰਨੀ ਤੇ ਨਹੀਂ ਚੱਲੀਦਾ, ਗੁਰੂ ਦੀ ਸਿੱਖਿਆ ਤੇ ਚੱਲੀਦਾ ਹੈ। ਜੋ ਗੁਰੂ ਦੱਸੈ ਵਾਟ ਮੁਰੀਦਾ ਜੌਲੀਐ, ਜਿਹੜੀ ਵਾਟ ਜਿਹੜਾ ਰਾਹ ਗੁਰੂ ਸਾਹਿਬ ਜੀ ਨੇ ਦੱਸਿਆ, ਮੁਰੀਦ ਬਣ ਕੇ ਮੁਰਦਾ ਬਣ ਕੇ ਬਿਨਾਂ ਹੀਲ ਹੁਜਤ ਕੀਤਿਆਂ, ਬਿਨਾਂ ਆਪਣਾ ਆਪਾ ਜਣਾਇਆ, ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਇਹ ਗੁਰਸਿੱਖ ਦਾ ਕਰਤੱਵ ਹੈ, ਗੁਰਸਿੱਖ ਦਾ ਧਰਮ ਹੈ। ਜੇ ਗੁਰੂ ਕਹਿ ਦਿੱਤਾ ਸਿਰ ਚਾਹੀਦਾ, ਸਿੱਖ ਨੇ ਸਵਾਲ ਨਹੀਂ ਕੀਤਾ ਕਿਉਂ ਚਾਹੀਦਾ ਜੀ, ਦੱਸੋ ਕੀ ਕਰਨਾ ਤੁਸੀਂ ਸਾਡੇ ਸਿਰ ਦਾ। ਜੇ ਗੁਰੂ ਨੇ ਕਹਿ ਦਿੱਤਾ ਸਿਰ ਚਾਹੀਦਾ ਤੇ ਸਿੱਖ ਨੇ ਸਿਰ ਹਾਜ਼ਰ ਕਰ ਦਿੱਤਾ। ਜੇ ਗੁਰੂ ਨੇ ਕਹਿ ਦਿੱਤਾ ਵੀ ਮੁਰਦਾ ਖਾਣਾ ਹੈ ਤੇ ਪੁੱਛਿਆ ਨਹੀਂ ਮਹਾਰਾਜ ਵੀ ਮੁਰਦਾ ਵੀ ਖਾਣ ਵਾਲੀ ਸ਼ੈ ਹੈ। 7 ਬਚਨ ਕਰਕੇ ਕਹਿੰਦੇ ਮਹਾਰਾਜ ਆਗਿਆ ਕਰੋ ਕਿੱਧਰੋਂ ਸ਼ੁਰੂ ਕਰਾਂ। ਇਹ ਹੈ ਸਿੱਖੀ ਜਿਹੜੀ ਸਤਿਗੁਰੂ ਜੀ ਨੇ ਆਪ ਕਮਾਈ ਹੈ। ਸਿੱਖ ਦਾ ਕੋਈ ਕਰਤੱਵ ਨਹੀਂ ਗੁਰੂ ਅੱਗੇ ਸਵਾਲ ਕਰੇ, ਨਹੀਂ ਮਹਾਰਾਜ ਦੱਸੋ ਇਹ ਕਿਉਂ ਹੈ। ਹਾਂ ਜਗਿਆਸੂ ਬਣ ਕੇ ਪੁੱਛੇ, ਆਪਣੇ ਅੰਦਰ ਦੀਆਂ ਘੁੰਡੀਆਂ ਬਾਰੇ ਪੁੱਛੇ, ਮਹਾਰਾਜ ਆਹ ਫੁਰਨੇ ਆਉਂਦੇ ਐ ਕਿਰਪਾ ਕਰੋ। ਪਰ ਜੋ ਗੁਰੂ ਕਰਦਾ, ਜੋ ਗੁਰੂ ਹੁਕਮ ਫਰਮਾਉਂਦਾ, ਸਿੱਖ ਦਾ ਕਰਤੱਵ ਨਹੀਂ ਆਖੇ ਕਿਉਂ ਹੁਕਮ ਕਰਦੇ ਹੋ ਜੀ, ਇਹ ਕਿਉਂ ਕਰੀਏ ਅਸੀਂ। ਗੁਰੂ ਖਾਲਸਾ ਜੀ ਗੁਰੂ ਕੇ ਸਿੱਖ ਨੇ ਗੁਰੂ ਕੇ ਹੁਕਮ ਦੀ ਪਾਲਣਾ ਕਰਨੀ ਹੈ, ਗੁਰੂ ਕੀ ਸਿੱਖਿਆ ਦੀ ਪਾਲਣਾ ਕਰਨੀ ਹੈ, ਨਾ ਕਿ ਗੁਰੂ ਦੀ ਕਰਨੀ ਦੇ ਉੱਤੇ ਧਾਣਾ ਭੱਜਣਾ ਹੈ। ਚੌਪਈ ਸੁਨ ਸਮਝਿਓ ਪੁਨ ਮਨ ਮਰਦਾਨਾ। ਬਸ ਇਹ ਪੰਕਤੀ ਸੁਣ ਲਿਆ, ਇਹਦੀ ਵਿਆਖਿਆ ਨਹੀਂ ਕਰਨੀ ਪਈ ਸਤਿਗੁਰਾਂ ਨੂੰ। ਮਰਦਾਨੇ ਨੇ ਸੁਣ ਲਿਆ ਤੇ ਸਮਝ ਗਏ ਕਿ ਗੁਰੂ ਸਾਹਿਬ ਨੇ ਜੋ ਕਿਹਾ। ਹਾਂਜੀ, ਵਾਹਿਗੁਰੂ ਕੋ ਜਾਪ ਬਖਾਨਾ। ਉਸੇ ਵੇਲੇ ਭਾਈ ਮਰਦਾਨੇ ਨੇ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦਿੱਤਾ। ਅਗਰਜਈ ਸਮ ਚਲਤਾ ਭਇਓ। ਜਿਵੇਂ ਪਹਿਲਾਂ ਤੁਰੇ ਜਾਂਦੇ ਸੀ ਪਾਣੀ ਤੇ, ਫਿਰ ਉਸੇ ਤਰ੍ਹਾਂ ਤੁਰਨ ਲੱਗ ਪਏ। ਪਾਣੀ ਡੋਬਦਾ ਨਹੀਂ ਹੁਣ, ਕਿਉਂਕਿ ਹੁਣ ਫਿਰ ਉਹੀ ਜਪਣ ਲੱਗੇ ਨੇ ਜੋ ਗੁਰੂ ਨੇ ਜਪਣ ਨੂੰ ਕਿਹਾ। ਹੁਣ ਗੁਰੂ ਦੀ ਸਿੱਖਿਆ, ਗੁਰੂ ਦਾ ਕਹਿਣਾ ਕਮਾ ਰਹੇ ਨੇ, ਗੁਰੂ ਦੀ ਕਰਨੀ ਤੇ ਨਹੀਂ ਚੱਲ ਰਹੇ। ਜਦੋਂ ਗੁਰੂ ਦੀ ਕਰਨੀ ਤੇ ਚੱਲਣ ਲੱਗੇ ਤੇ ਡੁੱਬ ਗਏ ਸਨ। ਕਬੀਰ ਜੀ ਦਾ ਵੀ ਬਚਨ ਆਉਂਦਾ ਨਾ, ਗੁਆਂਢ 'ਚ ਇੱਕ ਰਹਿੰਦਾ ਸੀ, ਉਹਨੇ ਆਖਿਆ ਵੀ ਕਬੀਰ ਦੀ ਬੜੀ ਵਡਿਆਈ ਹੁੰਦੀ, ਬੜੀ ਸੋਭਾ ਹੁੰਦੀ, ਵੇਖੀਏ ਸੀ ਵੀ ਕਬੀਰ ਕਰਦਾ ਕੀ ਆ, ਮੈਂ ਵੀ ਉਹ ਕਰਾਂ ਤੇ ਮੇਰੀ ਵੀ ਸੋਭਾ ਹੋਵੇ। ਕਬੀਰ ਜੀ ਮਹਾਰਾਜ ਜੀ ਨੇ ਵੇਖ ਲਿਆ ਵੀ ਰੀਸ ਕਰਨ ਆਇਆ, ਬਾਹਰ ਖਲੋਤਾ ਲੁਕ ਕੇ ਵੇਖਦਾ ਹੈ। ਕਬੀਰ ਜੀ ਵੀ ਅੰਤਰਯਾਮੀ ਮਹਾਂਪੁਰਸ਼ ਨੇ। ਘਰ ਵਾਲੀ ਨੂੰ ਆਵਾਜ਼ ਮਾਰੀ, ਲੋਈ, ਹਾਂ ਪਤੀ ਦੇਵ, ਜਾਓ ਮਿੱਟੀ ਲੈ ਕੇ ਆਓ। ਮਾਤਾ ਲੋਈ ਜੀ ਮਿੱਟੀ ਲੈ ਆਏ, ਆਖਿਆ ਇਹਨੂੰ ਪੀਸ ਲਓ। ਮਾਤਾ ਨੇ 7 ਬਚਨ ਕਿਹਾ, ਮਿੱਟੀ ਪੀਸ ਲਈ। ਕਬੀਰ ਜੀ ਕਹਿਣ ਲੱਗੇ ਹੁਣ ਏਦਾਂ ਕਰੋ, ਇਹਨੂੰ ਕੱਪੜੇ 'ਚ ਪਾ ਕੇ ਕੱਪੜ ਛਾਣ ਕਰ ਲਓ। ਉਹਨੇ 7 ਬਚਨ ਕਿਹਾ ਤੇ ਕੱਪੜਾ ਛਾਣ ਕਰ ਲਿਆ ਮਾਤਾ ਲੋਈ ਨੇ। ਫਿਰ ਆਖਿਆ ਹੁਣ ਇਹਦੇ 'ਚ ਦੇਸੀ ਘਿਓ ਪਾ ਕੇ ਆਟੇ ਵਾਂਗੂ ਗੁੰਨੋ। ਮਾਈ ਲੋਈ ਨੇ ਘਰ 'ਚ ਘਿਓ ਪਿਆ ਸੀ, ਜਾ ਕੇ ਉਹਦੇ ਵਿੱਚ ਪਾ ਕੇ ਮਿੱਟੀ ਦੇ ਗੁੰਨਿਆ। ਕਹਿੰਦੇ ਹੁਣ ਜਿਹੜਾ ਛੱਤ ਦਾ ਪਤਨਾਲਾ ਆ ਇਹਨੂੰ ਲਿਪ ਦਿਓ। ਉਹਨੇ 7 ਵਚਨ ਕਰਕੇ ਲਿਪ ਦਿੱਤਾ। ਉਹ ਵੇਖੀ ਜਾਂਦਾ ਸੀ ਬਾਹਰ, ਕਹਿੰਦਾ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦਾ ਕਬੀਰ, ਤਾਂ ਹੀ ਲੋਕ ਇਹਦੀ ਵਡਿਆਈ ਕਰਦੇ, ਮੈਂ ਵੀ ਇਦਾਂ ਹੀ ਕਰੂੰ, ਮੇਰੀ ਵੀ ਸੋਭਾ ਹੋਵੇਗੀ। ਘਰ ਗਿਆ, ਘਰ ਜਾ ਕੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ। ਉਹ ਹੁਣ ਇਹਦੀ ਆਗਿਆਕਾਰੀ ਨਹੀਂ ਸੀ, ਕੁਲੱਖਣੀ ਸੀ। ਆਵਾਜ਼ ਮਾਰੀ, ਭਾਗਵਾਨ ਨੇ
ਕੀ ਹੋ ਗਿਆ? ਅੱਗੋਂ ਆਵਾਜ਼ ਆਈ, ਕੀ ਹੋ ਗਿਆ? ਇੱਦਾਂ ਕਰ, ਮਿੱਟੀ ਲਿਆ, ਸਿਰ 'ਚ ਪਾਉਣੀ ਹੈ। ਉਹ ਕਹਿੰਦਾ ਲੈ ਕੇ ਆਈ ਔਖੇ ਸੌਖੇ, ਚੱਲ ਹੁਣ ਇਹਨੂੰ ਪੀਸ। ਉਹ ਕਹਿੰਦੀ ਤੇਰਾ ਦਿਮਾਗ ਭੌਂ ਗਿਆ, ਇਹਨੂੰ ਪੀ ਕੇ ਕੀ ਕਰਨਾ? ਕਹਿੰਦਾ ਪੀਸ। ਉਹਨੇ ਔਖੇ ਸੌਖੇ ਪੀ ਵੀ ਦਿੱਤੀ। ਕਹਿੰਦਾ ਹੁਣ ਇਹਦਾ ਕੱਪੜ ਛਾਣ ਕਰ। ਉਹ ਹੈਰਾਨ ਪਰੇਸ਼ਾਨ, ਵੇਖੇ ਵੀ ਕਿਤੇ ਦਿਮਾਗ ਤੇ ਇਹਦੇ ਅਸਰ ਹੋਇਆ ਜਾਪਦਾ। ਇਹਨੇ ਘੂਰ ਘਾਰ ਕੇ ਉਹਦੇ ਕੋਲੋਂ ਕਿਸੇ ਤਰੀਕੇ ਕੱਪੜ ਛਾਣ ਵੀ ਕਰਵਾ ਲਿਆ। ਕਹਿੰਦਾ ਹੁਣ ਇਹਦੇ 'ਚ ਘਿਓ ਪਾ ਕੇ ਇਹਨੂੰ ਗੁੰਨ। ਫਿਰ ਤਾਂ ਇਹਨੇ ਦੁਹੱਥੜੇ ਮਾਰ ਕੇ ਰੋਲਾ ਪਾਇਆ ਤੇ ਗੁਆਂਢੀ ਸੱਦ ਲਏ। ਲੋਕ ਇਕੱਠੇ ਕਹੇ ਵੀ ਤੂੰ ਵਿੱਚ ਆਟਾ ਆਟੇ ਵਾਂਗੂ ਗੁੰਨ, ਘਿਓ ਪਾ ਕੇ ਇਹਨੂੰ। ਉਹ ਆਖੇ ਪਾਗਲ ਹੋ ਗਿਆ, ਮਿੱਟੀ 'ਚ ਵੀ ਕਿਉਂ ਘਿਓ ਪਾਉਂਦਾ? ਲੋਕ ਵੀ ਇਕੱਠੇ ਹੋ ਗਏ। ਗੁਆਂਢੀਆਂ ਵੇਖਿਆ ਵੀ ਭੌਂ ਗਿਆ, ਘਰ ਵਾਲੀ ਨੂੰ ਮਾਰਨ ਨੂੰ ਪੈਂਦਾ ਸੀ, ਲੋਕ ਇਹਨੂੰ ਮਾਰਨ ਪੈ ਗਏ ਵੀ ਪਾਗਲ ਹੋ ਗਿਆ, ਬੰਨ੍ਹੋ ਇਹਨੂੰ। ਇਹ ਹੁਣ ਅੱਗੇ ਅੱਗੇ, ਲੋਕ ਪਿੱਛੇ ਪਿੱਛੇ। ਕਬੀਰ ਜੀ ਮਹਾਰਾਜ ਜੀ ਬਾਹਰ ਖੜੇ ਸੀ, ਅੱਗੋਂ ਰੋਕ ਲਿਆ ਇਹਨੂੰ ਤੇ ਲੋਕਾਂ ਨੂੰ ਆਖਿਆ ਭਾਈ ਕਿਉਂ ਮਾਰਦੇ ਹੋ? ਇਹ ਕਬੀਰ ਬਣਨ ਚੱਲਿਆ ਸੀ ਤਾਂ ਏਦਾਂ ਕਰਦਾ ਸੀ। ਇਹ ਭਗਤ ਕਬੀਰ ਜੀ ਦੇ ਜੀਵਨ 'ਚ ਬਚਨ ਆਉਂਦਾ। ਰੀਸ ਕਰਕੇ ਨਹੀਂ ਬਣਿਆ ਜਾਂਦਾ ਕਬੀਰ ਦੀ ਕਈ ਬਾਣੀ ਦੇ ਮੁਤਾਬਕ ਚੱਲਿਆ ਕਬੀਰ ਬਣਿਆ ਜਾ ਸਕਦਾ ਹੈ। ਇਹ ਸਮਝ ਲੈਣਾ ਚਾਹੀਦਾ। ਗੁਰੂ ਕੀ ਰੀਸ ਮਹਾਂਪੁਰਸ਼ਾਂ ਸਾਧੂਆਂ ਦੀ ਵੀ ਰੀਸ ਨਹੀਂ ਕਰਨੀ। ਗੁਰੂ ਦੀ ਤਾਂ ਬੜੀ ਪਰੇ ਦੀ ਬਾਤ ਹੈ, ਮਹਾਂਪੁਰਸ਼ਾਂ ਸਾਧੂਆਂ ਦੀ ਵੀ ਰੀਸ ਨਹੀਂ ਕਰਨੀ ਚਾਹੀਏ। ਬਗਲਾ ਰੀਸ ਕਰ ਬੈਠਾ, ਹੰਸਾਂ ਵੇਖ ਤਰੰਦਿਆਂ, ਬੱਗਾਂ ਪੇ ਆਇਆ ਚਾਓ। ਬਗਲਿਆਂ ਨੂੰ ਵੀ ਚਾਹ ਆ ਗਿਆ ਹੰਸਾਂ ਨੂੰ ਤਰਦਿਆਂ ਵੇਖ ਕੇ, ਕਿੱਡਾ ਸੋਹਣਾ ਤਰਦੇ ਐ। ਬਗਲਾ ਵੀ ਮਾੜਾ ਜਿਹਾ ਤਰਨ ਲੱਗਾ ਤੇ ਸਿਰ ਥੱਲੇ ਪੈਰ ਉੱਪਰ ਡੁੱਬ ਮਰਿਆ। ਉਹ ਬਗਲਾ ਜਿਹੜਾ ਸਤਿਪੁਰਸ਼ਾਂ ਸਾਧੂਆਂ ਦੀ ਰੀਸ ਕਰੇ, ਉਹਦੇ ਹਾਲਾਤ ਵੀ ਕੁਝ ਇਹੋ ਜਿਹੇ ਹੁੰਦੇ ਹੈ। ਤੇ ਗੁਰੂ ਦੀ ਰੀਸ ਤਾਂ ਬੜੀ ਪਰੇ ਦੀ ਬਾਤ ਹੈ। ਗੁਰੂ ਖਾਲਸਾ ਜੀ ਗੁਰੂ ਦੇ ਪਿਆਰਿਆਂ ਦੀ ਵੀ, ਭਗਤਾਂ ਦੀ ਵੀ ਰੀਸ ਨਹੀਂ, ਉਹਨਾਂ ਦੀ ਸਿੱਖਿਆ ਮੁਤਾਬਕ ਚੱਲੀਦਾ ਹੈ। ਮਹਾਰਾਜ ਜੀ ਕਹਿੰਦੇ ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੀ ਕਰਨੀ ਤੇ ਨਹੀਂ ਚੱਲੀਦਾ, ਗੁਰੂ ਦੇ ਦੱਸੇ ਤੇ ਚੱਲੀਦਾ ਹੈ। ਭਾਈ ਮਰਦਾਨਾ ਜੀ ਵਾਹਿਗੁਰੂ 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 ਫਿਰ ਜਪਣ ਲੱਗ ਪਏ ਤੇ ਵਾਹਿਗੁਰੂ ਕਹਿੰਦਿਆਂ ਹੀ ਸਮੁੰਦਰ ਦੇ ਪਾਣੀ ਦੇ ਉੱਤੇ ਫਿਰ ਉਸੇ ਤਰ੍ਹਾਂ ਜਿਵੇਂ ਪਹਿਲਾਂ ਤੁਰੇ ਜਾਂਦੇ ਸਨ, ਉਸੇ ਤਰ੍ਹਾਂ ਹੀ ਤੁਰੇ ਜਾਂਦੇ ਹਨ। ਸਿੰਧ ਬੂਡਨੀ ਤੇ ਰਹਿ ਗਇਓ। ਜਦੋਂ ਵਾਹਿਗੁਰੂ ਵਾਹਿਗੁਰੂ ਜਪਿਆ ਤੇ ਸਮੁੰਦਰ ਤੋਂ ਡੁੱਬਣ ਤੋਂ ਰਹਿ ਗਏ, ਕਿਉਂਕਿ ਜਿਹੜੇ ਵਾਹਿਗੁਰੂ ਜਪਦੇ ਨੇ ਉਹ ਡੁੱਬਦੇ ਨਹੀਂ, ਉਹਨਾਂ ਡੁੱਬਦਿਆਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਤਾਰ ਲੈਂਦੇ ਹਨ। ਸਤਿ ਸ੍ਰੀ ਅਕਾਲ। ਇਹ ਤਾਰਕ ਮੰਤਰ ਹੈ ਗੁਰੂ ਖਾਲਸਾ ਜੀ, ਤਾਰਕ ਮੰਤਰ। ਕਹਿੰਦੇ ਭਗਵਾਨ ਸ਼ਿਵ ਜੀ ਬਨਾਰਸ ਦੇ ਵਿੱਚ ਜਿਹੜਾ ਕੋਈ ਮਰਦਾ ਉਹਦੇ ਕੰਨ 'ਚ ਤਾਰਕ ਮੰਤਰ ਸੁਣਾਉਂਦਾ, ਜਿਹੜਾ ਉੱਥੇ ਮਰਦਾ ਉਹੀ ਉਸੇ ਦੇ ਕੰਨ 'ਚ ਸੁਣਾਉਂਦਾ ਤੇ ਉਹ ਮੁਕਤ ਹੋ ਜਾਂਦਾ। ਗੁਰੂ ਕੇ ਸਿੱਖ ਵਾਸਤੇ ਤਾਰਕ ਮੰਤਰ ਵਾਹਿਗੁਰੂ ਹੈ। ਸੰਸਾਰ ਦੇ ਕਿਸੇ ਕੋਨੇ 'ਚ, ਵਿਸ਼ਵ ਦੇ ਬ੍ਰਹਿਮੰਡ ਦੇ ਕਿਸੇ ਥਾਂ ਤੇ, ਕਿਸੇ ਕੋਨੇ ਤੇ ਵੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਤਨ ਤਿਆਗੇਗਾ ਤੇ ਮੋਕਸ਼ ਨੂੰ, ਤੂੰ ਮੁਕਤੀ ਨੂੰ ਪ੍ਰਾਪਤ ਹੋਵੇਗਾ। ਇਹ ਤਾਰਕ ਮੰਤਰ ਹੈ। ਗੁਰੂ ਖਾਲਸਾ ਜੀ ਵਾਹਿਗੁਰੂ ਗੁਰਮੰਤਰ ਤੋਂ ਉੱਤਮ ਕੁਝ ਵੀ ਨਹੀਂ, ਸਰਬ ਸ੍ਰੇਸ਼ਟ ਮੰਤਰ ਹੈ ਵਾਹਿਗੁਰੂ ਗੁਰਮੰਤਰ। ਜੋ ਅਸਚਰਜ ਮਹਾਬਿਸਮਾਵਤ, ਜੋ ਅਸਚਰਜ ਮਹਾਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਜਿਹੜਾ ਅਸਚਰਜ ਹੈ, ਵਿਸਮਾਦ ਸਰੂਪ ਅਕਾਲ ਪੁਰਖ ਪਰਮੇਸ਼ਰ ਹੈ, ਉਹਨੂੰ ਕਹੀਦਾ ਵਾਹਿਗੁਰੂ। ਉਹ ਹੈ ਵਾਹਿਗੁਰੂ। ਧਰਮ ਅਰਥ ਕਾਮ ਮੋਕਸ਼ ਚਾਰਾਂ ਪਦਾਰਥਾਂ ਦਾ ਦਾਤਾ ਹੈ ਵਾਹਿਗੁਰੂ। ਵਾਹਿਗੁਰੂ ਜਪਿਆਂ ਚੌਂ ਪਦਾਰਥਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇਹ ਸਰਬ ਸ਼੍ਰੋਮਣੀ ਮੰਤਰ ਹੈ, ਗੁਰ ਮੰਤਰ ਹੈ, ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤੇ ਆ ਕੇ ਬਖਸ਼ਿਸ਼ ਕਰਕੇ ਕਿਰਪਾ ਕੀਤੀ ਹੈ। ਇਹ ਗੁਪਤ ਸੀ। ਇਸ ਗੁਪਤ ਨਾਮ ਨੂੰ ਕਲੀ ਕਾਲ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਹੈ। ਜਿਨ ਗੁਪਤ ਨਾਮ ਪ੍ਰਗਜ ਹੈ, ਇਹ ਗੁਪਤ ਨਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਪ੍ਰਗਟ ਕਰਕੇ ਬਖਸ਼ਿਸ਼ ਕੀਤਾ ਹੈ।
ਗੁਰੂ ਕੇ ਸਿੱਖ ਨੇ ਇਸੇ ਦਾ ਆਸਰਾ ਆਪਣੇ ਹਿਰਦੇ 'ਚ ਗ੍ਰਹਿਣ ਕਰਨਾ ਹੈ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਇਸ ਅੰਮ੍ਰਿਤ ਨਾਮ ਨੇ ਹੀ ਸਾਡੀ ਬੰਦ ਖਲਾਸੀ ਕਰਨੀ ਹੈ, ਸੰਸਾਰ ਸਮੁੰਦਰ ਤੋਂ ਤਾਰਨਾ ਹੈ। ਇਸੇ ਕਰਕੇ ਭਾਈ ਮਰਦਾਨੇ ਦੇ ਇਸ ਪ੍ਰਸੰਗ ਦੁਆਰਾ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਿਵੇਂ ਭਾਈ ਮਰਦਾਨਾ ਵਾਹਿਗੁਰੂ ਕਹਿੰਦੇ ਆ ਸਮੁੰਦਰ ਤੇ ਤੁਰਿਆ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ। ਸਾਹਿਬੇ ਕਮਾਲ, ਪੰਥ ਦੇ ਵਾਲੀ, ਚਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬਚਨ ਸ੍ਰੀ ਸਰਬਲੋਹ ਪ੍ਰਕਾਸ਼ ਗ੍ਰੰਥ ਵਿੱਚ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਾਹਿਬਾਂ ਨੇ ਕੀਤੇ, ਜੋ ਸਰਬਲੋਹ ਗ੍ਰੰਥ ਵਿੱਚ ਦਰਜ ਹਨ। ਮਹਾਰਾਜ ਜੀ ਕਹਿੰਦੇ ਆ ਜਿਹੜੇ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਦੇ ਹਨ, ਗੋ ਖੁਰ ਵਤ ਭਵ ਸਾਗਰ ਤਰ ਗਏ। ਗੋ ਖੁਰ ਦਾ ਮਤਲਬ ਹੁੰਦਾ ਜਿਵੇਂ ਗਊ ਨੇ ਪੈਰ ਰੱਖਿਆ ਹੋਵੇ ਜ਼ਮੀਨ ਤੇ, ਮਿੱਟੀ ਵਿੱਚ, ਉਹ ਖਾਲੀ ਜਿਹਾ ਉਹਦਾ ਜਗ੍ਹਾ ਬਣ ਜਾਂਦੀ ਨੇ ਕੱਚੇ ਥਾਂ ਤੇ, ਉਹਦਾ ਖੁਰ ਛਪ ਜਾਂਦਾ ਹੈ, ਉਹਦੇ 'ਚ ਪਾਣੀ ਭਰ ਜਾਏ ਤੇ ਕੀੜੀ ਹੋਵੇ ਉਰਲੇ ਪਾਸੇ, ਉਹਨੂੰ ਤਰਨਾ ਪਵੇ ਨਾ, ਉਹਨੂੰ ਉਹਦੇ ਵਾਸਤੇ ਬੜਾ ਔਖਾ ਵੀ ਉਹ ਨਿੱਕਾ ਜਿਹਾ ਗੋ ਖੁਰ, ਕੀੜੀ ਨੂੰ ਤਾਂ ਇਉਂ ਜਾਪਦਾ ਜਿਵੇਂ ਸਮੁੰਦਰ ਆ, ਉਹ ਨਹੀਂ ਤਰ ਸਕਦੀ। ਪਰ ਜਦੋਂ ਕਿਸੇ ਬੰਦੇ ਨੇ ਤਰਨਾ ਹੋਵੇ, ਇੱਕੋ ਕਦਮ ਪੁੱਟਦਾ, ਪ੍ਰਲਾਂਘ ਕਰਕੇ ਪਰੇ ਹੋ ਜਾਂਦਾ ਹੈ। ਜਿਹੜੇ ਕਰਮਕਾਂਡੀ ਨੇ, ਕੀੜੀ ਵੱਤ ਨੇ, ਉਹਨਾਂ ਵਾਸਤੇ ਸੰਸਾਰ ਸਮੁੰਦਰ ਗੋਖੁਰ ਹੈ ਜਿਹੜਾ, ਇਹਨੂੰ ਤਰਨਾ ਬੜਾ ਔਖਾ ਹੈ। ਜਿਹੜੇ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਨੇ, ਗੁਰੂ ਕਲਗੀਧਰ ਸਵਾਮੀ ਕਹਿੰਦੇ, ਉਹ ਇਸ ਭਵ ਸਾਗਰ ਨੂੰ, ਇਸ ਗੋ ਦੇ ਖੁਰ ਦੇ, ਜਿਵੇਂ ਇਹਨੂੰ ਛਾਲ ਮਾਰ ਕੇ ਟੱਪ ਜਾਈਦਾ, ਏਦਾਂ ਇਸ ਭਵ ਸਾਗਰ ਤੋਂ ਤਰ ਜਾਂਦੇ ਹਨ। ਜਾਂ ਇਸ ਤਰ੍ਹਾਂ ਕਹਿ ਲਈਏ, ਫਲਦਾਰ ਦਰਖਤ ਦੇ ਸਿਰੇ ਦੇ ਉੱਤੇ ਫਲ ਲੱਗਾ, ਕੀੜੀ ਨੂੰ ਚੱਲ ਕੇ ਜਾਣਾ ਪਵੇ ਉਸ ਫਲ ਤਾਈਂ, ਖਬਰੇ ਕਦੋਂ ਪਹੁੰਚੇ, ਕਦੋਂ ਤਣੇ ਤੇ ਗਈ, ਤਣੇ ਤੋਂ ਕਿਹੜੀ ਕਿਹੜੀ ਟਹਿਣੀ, ਕਿਹੜੇ ਕਿਹੜੇ ਪੱਤੇ ਤੋਂ ਲੰਘਦਿਆ, ਖਬਰੇ ਪਹੁੰਚੇ ਵੀ ਕਿ ਨਾ ਪਹੁੰਚੇ। ਤੇ ਪੰਛੀ ਨੇ ਜਾਣਾ ਹੋਵੇ ਤੇ ਇੱਕੋ ਡਾਰੀ ਮਾਰਦਾ ਪਹੁੰਚ ਜਾਂਦਾ। ਜਿਹੜੇ ਕਰਮਕਾਂਡੀ ਨੇ ਉਹ ਕੀੜੀ ਵੱਤ ਨੇ, ਫਲ ਮੁਕਤੀ ਦਾ ਹੈ, ਉਹ ਮੋਕਸ਼ ਦਾ। ਤੇ ਜਿਹੜੇ ਕਰਮਕਾਂਡੀ ਨੇ ਉਹ ਕੀੜੀ ਵੱਤ ਨੇ, ਖਬਰੇ ਪਹੁੰਚਣ ਕੇ ਨਾ ਪਹੁੰਚਣ ਉੱਥੇ। ਜਿਹੜੇ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਨੇ ਉਹ ਪੰਛੀ ਨੇ, ਪੰਛੀ ਬਣ ਕੇ ਉਡਾਰੀ ਮਾਰ ਕੇ ਉਸ ਮੁਕਤੀ ਦੇ ਆਨੰਦ ਨੂੰ ਮਾਣ ਲੈਂਦੇ ਹਨ। ਇਹ ਸਰਬ ਸ਼੍ਰੋਮਣੀ ਮੰਤਰ ਹੈ ਵਾਹਿਗੁਰੂ ਗੁਰਮੰਤਰ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਮਹਾਰਾਜ ਜੀ ਨੇ ਆਖਿਆ, ਮਰਦਾਨਿਆ ਇਹ ਜਪਣਾ, ਕਿਉਂਕਿ ਇਸੇ ਦੀ ਚੇਤਨਾ ਅਸੀਂ ਜਗਾਈ ਹੈ। ਇਸ ਗੁਰਮੰਤਰ ਦੀ ਚੇਤਨਾ ਗੁਰੂ ਬਾਬੇ ਨੇ ਜਗਾਈ ਹੈ, ਗੁਰੂ ਨਾਨਕ ਸਾਹਿਬ ਜੀ ਨੇ ਜਗਾਈ ਹੈ। ਇਸ ਪਵਿੱਤਰ ਗੁਰਮੰਤਰ ਦੇ ਅਭਿਆਸੀ ਗੁਰੂ ਬਾਬੇ ਦੇ ਚਰਨਾਂ ਵਿੱਚ ਅਭੇਦ ਹੋ ਜਾਂਦੇ ਨੇ, ਇਕਮਿਕ ਹੋ ਜਾਂਦੇ ਹਨ। ਹਾਂਜੀ, ਇਸ ਪ੍ਰਕਾਰ ਗੇ ਸਾਗਰ ਪਾਰਾ। ਏਦਾਂ ਸਤਿਗੁਰੂ ਜੀ ਚਲਦਿਆਂ ਚਲਦਿਆਂ ਸਮੁੰਦਰ ਤੋਂ ਕਾਫੀ ਦੂਰ ਅੱਗੇ ਪਾਰ ਆ ਗਏ। ਪਹੁੰਚੇ ਟਾਪੂ ਕੇਰ ਮਝਾਰਾ। ਹਾਰੂ ਨਾਮ ਦਾ ਜਿਹੜਾ ਉਹ ਟਾਪੂ ਸੀ, ਉਸ ਹਾਰੂਪੁਰ ਟਾਪੂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ। ਖਾਲਸਾ ਜੀ, ਹਾਲੇ ਵੀ ਅਸੀਂ ਉਹਨਾਂ ਥਾਵਾਂ ਤੇ ਨਹੀਂ ਜਾ ਸਕੇ ਜਿੱਥੇ ਗੁਰੂ ਬਾਬਾ ਜੀ ਪਹੁੰਚੇ। ਜਿੱਥੇ ਜਿੱਥੇ ਤਾਈਂ ਸਾਨੂੰ ਪਤਾ ਲੱਗਾ ਅਸੀਂ ਗਮਤਾ ਕੀਤੀ, ਕਿੱਥੇ ਰੂਸ ਤੇ ਰਸ਼ੀਆ ਤੱਕ, ਕਿੱਥੇ ਯੂਰਪ ਦੇ ਵਿੱਚ, ਇਟਲੀ ਦੇ ਵਿੱਚ, ਰੋਮ ਤੱਕ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਹਨ। ਜਿੱਥੇ ਜਿੱਥੇ ਗਏ ਅਸੀਂ ਭਾਲ ਕਰ ਲਈ।
ਜਿੱਥੇ ਸਾਡੀ ਗਮਤਾ ਨਹੀਂ ਉੱਥੇ ਨਹੀਂ ਜਾ ਸਕੇ। ਇਹ ਜਿਹੜੀਆਂ ਥਾਵਾਂ ਜਨਮ ਸਾਖੀਆਂ ਵਿੱਚ ਅਸੀਂ ਸੁਣ ਰਹੇ ਹਾਂ, ਗੁਰੂ ਖਾਲਸਾ ਜੀ ਨਾਲ ਤਾਂ ਹੀ ਹਾਲੇ ਗਮਤਾ ਹੀ ਨਹੀਂ ਹੋ ਸਕੀ। ਅਨੇਕਾਂ ਥਾਵਾਂ ਆ ਹੁਣ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੇਖਦੇ ਹੋ ਕਿ ਕਿਤਨੀਆਂ ਇਹੋ ਜਿਹੀਆਂ ਥਾਵਾਂ ਅਚਰਜ ਹੁੰਦੇ ਆ ਵੇਖ ਕੇ, ਜਿਹੜੇ ਵੀਰ ਜਾ ਕੇ ਉੱਥੇ ਭਾਲ ਕਰਦੇ ਗੁਰੂ ਨਾਨਕ ਦੀ ਸਿੱਖੀ ਕਿੱਥੇ ਕਿੱਥੇ ਤੱਕ ਫੈਲੀ ਹੋਈ। ਅਸੀਂ ਉਹ ਥਾਵਾਂ ਸੁਣੀਆਂ ਤੱਕ ਵੀ ਨਹੀਂ ਹਨ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਪੂਜਣੇ ਵਾਲੇ ਬੈਠੇ ਹਨ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇਸ ਹਾਰੂਪੁਰ ਟਾਪੂ ਤੇ ਪਹੁੰਚੇ ਹਨ। ਹਾਰੂ ਨਗਰ ਵਿਖੇ ਜਬ ਗਏ, ਜਦੋਂ ਇਸ ਹਾਰੂ ਨਗਰ ਵਿੱਚ ਸਤਿਗੁਰੂ ਜੀ ਆਏ, ਇੱਕ ਤਰੁ ਨੀਚੇ ਬੈਠਤ ਪਏ। ਇੱਕ ਤਰੂ ਨਾਮ ਹੁੰਦਾ ਦਰਖਤ ਦਾ, ਇੱਕ ਦਰਖਤ ਦੇ ਥੱਲੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੱਜ ਗਏ। ਅਕਸਰ ਨਗਰ ਤੋਂ ਬਾਹਰ ਹੀ ਬੈਠਦੇ ਨੇ ਸਤਿਗੁਰੂ ਜੀ। ਭੂਪ ਪ੍ਰਜਾ ਤੈਂ ਦੇਸ਼ ਮਝਾਰੀ, ਜਿਹੜਾ ਇਹ ਹਾਰੂ ਨਗਰ ਹੈ, ਇੱਥੋਂ ਦਾ ਜਿਹੜਾ ਰਾਜ ਹੈ ਔਰ ਇੱਥੋਂ ਦੀ ਜਿਹੜੀ ਪ੍ਰਜਾ ਹੈ ਇਸ ਨਗਰ ਦੀ, ਸਭ ਸਰੇਵਰੇ ਕੀ ਅਨੁਸਾਰੀ। ਇਹ ਸਾਰੇ ਵਾਮ ਮਾਰਗੀਏ ਸਨ, ਸਰੇਵੜੇ ਵਾਮ ਮਾਰਗੀਏ ਸਨ, ਟੇਢੇ ਰਾਹ ਤੇ ਚੱਲਣ ਵਾਲੇ ਸਨ। ਤੈਂ ਕੇ ਟਿਗ ਤੇ ਲੈ ਉਪਦੇਸ਼ਾ, ਇੱਥੋਂ ਦਾ ਇੱਕ ਵਾਮ ਮਾਰਗੀਆ ਇਹਨਾਂ ਦਾ ਗੁਰੂ ਸੀ ਸਰੇਵੜਾ, ਉਹਦੇ ਕੋਲੋਂ ਇੱਥੋਂ ਦੇ ਲੋਕ ਉਪਦੇਸ਼ ਲੈਂਦੇ ਸਨ। ਜਿਹੜੇ ਇਸ ਦੇਸ਼ 'ਚ ਰਹਿੰਦੇ ਸੀ ਉਹਨੂੰ ਇਹਨਾਂ ਨੇ ਆਪਣਾ ਗੁਰੂ ਬਣਾਇਆ ਹੋਇਆ ਸੀ। ਜਿਹੜਾ ਸਰੇਵੜਾ ਸੀ ਵਾਮ ਮਾਰਗੀਆ, ਉਹਦੇ ਕੋਲੋਂ ਉਪਦੇਸ਼ ਲੈਂਦੇ ਸਨ ਸਾਰੇ ਨਗਰ ਵਾਲੇ, ਰਾਜਾ ਵੀ ਤੇ ਨਗਰ ਨਿਵਾਸੀ ਵੀ। ਹੁਤੋ ਸਿੱਖ ਸਗਰੋਈ ਦੇਸ਼ਾ, ਇਹ ਹਾਰੂ ਨਗਰ ਦਾ ਜਿੰਨਾ ਦੇਸ਼ ਸੀ ਇਹ ਸਾਰਾ ਦੇਸ਼ ਉਸ ਸਰੇਵੜੇ ਦਾ ਚੇਲਾ ਸੀ। ਉਸ ਸਰੇਵੜੇ ਦੀ ਇਹਨਾਂ ਨੇ ਸਾਰਿਆਂ ਨੇ ਮੁਰੀਦੀ ਧਾਰਨ ਕੀਤੀ ਹੋਈ, ਸਿੱਖੀ ਧਾਰਨ ਕੀਤੀ ਹੋਈ ਸੀ। ਜਬ ਬਰਖਾ ਕੀ ਹੋਵੇ ਚਾਹੀ, ਇਹਨਾਂ ਲੋਕਾਂ ਨੂੰ ਇਹਨੇ ਏਦਾਂ ਆਪਣੇ ਨਾਲ ਲਾਇਆ ਹੋਇਆ ਸੀ ਵੀ ਜਦੋਂ ਕਿਤੇ ਇਹਨਾਂ ਨਗਰ ਵਾਲਿਆਂ ਨੂੰ ਮੀਂਹ ਦੀ ਲੋੜ ਪੈਂਦੀ ਸੀ, ਜਾਚਿਤ ਨਰ ਸਭ ਤਹਿ ਕੇ ਪਾਈ, ਉਹ ਜਾ ਕੇ ਸਰੇਵੜੇ ਆਪਣੇ ਗੁਰੂ ਕੋਲ ਜਾਂਦੇ ਸੀ। ਸਰੇਵੜੇ ਕੋਲੇ ਸਵਾਮ ਮਾਰਗੀਏ ਕੋਲ, ਔਰ ਇਹਦੇ ਕੋਲ ਜਾ ਕੇ ਇਹ ਕਹਿੰਦੇ ਸੀ ਵੀ ਮੀਂਹ ਪਵੇ। ਸਰੇਵੜੇ ਕੋਲ ਜਾਣਾ ਇਹਨਾਂ ਦਾ ਗੁਰੂ ਸੀ ਸਾਰਿਆਂ ਦਾ, ਉਹਨੂੰ ਜਾ ਕੇ ਕਹਿਣਾ ਵੀ ਮੀਂਹ ਵਰਸ ਜਾਵੇ। ਜੰਤਰ ਮੰਤਰ ਕਰ ਸੋ ਬਰਖਾਵੇ, ਉਹਨੂੰ ਕੋਈ ਜੰਤਰ ਮੰਤਰ ਟੋਟ ਕੇ ਆਉਂਦੇ ਸੀ, ਉਸ ਜੰਤਰ ਮੰਤਰ ਦੇ ਨਾਲ ਉਹਨੇ ਮੀਂਹ ਪਵਾ ਦੇਣਾ ਤੇ ਸਾਰੇ ਦੇਸ਼ ਵਾਲਿਆਂ ਨੇ ਕਹਿਣਾ ਸਾਡਾ ਗੁਰੂ ਬੜਾ ਕਰਾਮਾਤੀ ਹੈ। ਉਹਨਾਂ ਸਾਰਿਆਂ ਨੇ ਇਹਦੀ ਪੂਜਾ ਕਰਨੀ, ਜਿਵੇਂ ਇਹਨੇ ਕਹਿਣਾ ਤਿਵੇਂ ਇਹਨਾਂ ਨੇ ਚੱਲਣਾ। ਸਭ ਤੇ ਆਪਣੋ ਨਾਮ ਜਪਾਵੇ, ਸਾਰਿਆਂ ਕੋਲੋਂ ਆਪਣਾ ਹੀ ਨਾਮ ਜਪਾਉਂਦਾ, ਕਹਿੰਦਾ ਮੈਂ ਹੀ ਰੱਬ ਆ ਤੁਹਾਡਾ, ਮੈਂ ਹੀ ਪਰਮੇਸ਼ਰ ਆ ਤੁਹਾਡਾ, ਮੇਰਾ ਨਾਮ ਜਪੋ। ਇਹ ਏਦਾਂ ਦਾ ਵਰਤਾਰਾ ਕਲਯੁਗ 'ਚ ਵਰਤਿਆ ਸੀ। ਕਲਗੀਧਰ ਪਾਤਸ਼ਾਹ ਨੇ ਬਚਿੱਤਰ ਨਾਟਕ 'ਚ ਲਿਖਿਆ, ਤਦੇ ਗੁਰੂ ਨਾਨਕ ਸਾਹਿਬ ਆਏ ਨੇ ਸੰਸਾਰ 'ਚ, ਕਿਉਂਕਿ ਸਭ ਆਪਣੋ ਮਤ ਠਹਿਰਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਸਭ ਆਪਣੇ ਰੁਝਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਸਭ ਕਹਿਣ ਲੱਗੇ ਸਾਡੀ ਪੂਜਾ ਕਰੋ, ਸਾਡੀ ਆਰਾਧਨਾ ਕਰੋ। ਪਰਮੇਸ਼ਰ ਦੀ ਪੂਜਾ ਤੋਂ ਲੋਕਾਂ ਨੂੰ ਹਟਾ ਦਿੱਤਾ ਸੀ, ਮੋੜ ਦਿੱਤਾ ਸੀ। ਘਰ ਘਰ ਹੋਏ ਬਹਾਂਗੇ ਰਾਮਾ, ਇਹੋ ਜਿਹਾ ਵਰਤਾਰਾ ਵਰਤ ਕੇ ਸਭ ਆਪਣੇ ਆਪ ਨੂੰ ਹੀ ਰਾਮ ਕਹਾਉਂਦੇ, ਅਸੀਂ ਰਾਮ ਹਾਂ, ਅਸੀਂ ਰੱਬ ਹਾਂ, ਅਸੀਂ ਰਸੂਲ ਹਾਂ। ਤੋ ਗੁਰੂ ਪਾਤਸ਼ਾਹ ਇਸ ਨਗਰ ਵਿੱਚ ਆਏ ਨੇ, ਸਰੇਵੜੇ ਦਾ ਪਖੰਡ ਉਘੇੜਨਾ ਸੀ। ਇਹ ਜਿਹੜੇ ਲੋਕ ਭੁੱਲੇ ਹੋਏ ਸੀ ਇਹਨਾਂ ਨੂੰ ਸਿੱਧੇ ਰਾਹ ਪਾਉਣਾ ਸੀ। ਤੋ ਗਰੀਬ ਨਵਾਜ ਪਾਤਸ਼ਾਹ ਆ ਕੇ ਬੈਠ ਗਏ ਨੇ। ਨਗਰ ਨਿਵਾਸੀ ਜਿਹੜੇ ਨੇ ਹਾਰੂ ਨਗਰ ਦੇ, ਇਹ ਉਸ ਸਰੇਵੜੇ ਦੇ ਚੇਲੇ, ਜਦੋਂ ਮੀਂਹ ਦੀ ਲੋੜ ਪੈਣੀ ਉਹਨੂੰ ਜਾ ਕੇ ਕਹਿਣਾ, ਉਹਨੇ ਕੋਈ ਮੰਤਰ ਜੰਤਰ ਪੜ੍ਹਨੇ ਤੇ ਮੀਂਹ ਪਵਾ ਦੇਣਾ। ਦੋਹਰਾ ਤਾਤ ਕਾਮ ਨਾ ਕਰੇ ਜੋ ਸੁਤ ਦੇਵੈ ਤੈ ਤਾਮ, ਕਿਸੇ ਦੀ ਕੋਈ ਕਾਮਨਾ ਹੋਣੀ, ਕਰਾਮਾਤੀ ਸੀ ਉਹ ਸਰੇਵੜਾ। ਇਹਨੇ ਉਹਨਾਂ ਦੀ ਕਰਾਮਾਤ ਦੇ ਨਾਲ, ਆਪਣੀ ਸ਼ਕਤੀ ਨਾਲ, ਕਲਾ ਨਾਲ ਕਾਮਨਾ ਪੂਰੀ ਕਰ ਦੇਣੀ। ਅਪਰ ਪਦਾਰਥ ਚਾਹ ਕੋ ਪੂਰੇ ਸਭਈ ਕਾਮ, ਜੇ ਕੋਈ ਪੁੱਤ ਮੰਗਣ ਆਉਂਦਾ ਤੇ ਕਾਮਨਾ ਪੂਰੀ ਕਰਦਾ। ਤੁਸੀਂ ਆਖੋਗੇ ਵੀ ਸਰੇਵੜੇ 'ਚ ਵੀ ਇੰਨੀ ਤਾਕਤ ਸੀ, ਕਾਮਨਾ ਪੂਰੀ ਕਰਦਾ? ਤਾਕਤ ਕੋਈ ਨਹੀਂ ਸੀ। ਜੇ 10 ਜਣੇ ਆ ਕੇ ਕਹਿੰਦੇ ਸੀ ਪੁੱਤਰ ਦੀ ਦਾਤ ਮਿਲੇ ਤੇ ਵਿੱਚੋਂ 5-4 ਦੇ ਘਰ ਪੁੱਤ ਹੋ ਜਾਣੇ ਤੇ 5 ਦੇ ਨਾ ਹੋਣੇ, ਏਦਾਂ ਦਾ ਟੋਟਕਾ ਲਾ ਲੈਂਦਾ ਸੀ।
ਤੇ ਜਿਨ੍ਹਾਂ ਦੇ ਹੋ ਜਾਣੇ ਉਹਨਾਂ ਨੇ ਕਹਿਣਾ ਜੀ ਇਹਨਾਂ ਦੀ ਕਿਰਪਾ, ਜਿਨ੍ਹਾਂ ਦੇ ਨਾ ਹੋਣੇ ਨਾ ਇਹਨੇ ਕਹਿਣਾ ਵੀ ਤੁਹਾਡੀ ਕਮੀ ਸੀ, ਤੁਸੀਂ ਸਾਡਾ ਬਚਨ ਨਹੀਂ ਮੰਨਿਆ, ਤੁਹਾਡੀ ਸ਼ਰਧਾ 'ਚ ਕਮੀ ਸੀ। ਇੱਦਾਂ ਪਖੰਡ ਕਰਕੇ ਆਪਣੀ ਪੂਜਾ ਕਰਾਉਂਦਾ ਸੀ ਲੋਕਾਂ ਕੋਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਭਲੇ ਲੋਕ ਨੇ, ਇਹਨਾਂ ਭਲੇ ਲੋਕਾਂ ਨੂੰ ਇਹ ਗੁੰਮਰਾਹ ਕਰ ਰਿਹਾ, ਤੋ ਇਹਨਾਂ ਨੂੰ ਸਿੱਧੇ ਰਾਹ ਪਾਈਏ। ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰ ਰਹੇ ਨੇ ਹਾਰੂ ਨਗਰ ਦੇ ਵਾਸੀਆਂ ਤੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 हे अच्युत हे पार ब्रह्म अविनाशी अगनास हे पूरन हे सर्वमय पंजन गुणतास हे संगी हे निरंकार निर्गुण सब टेक हे गोबिंद हे